सत श्री अकाल दोस्तों, प्लस टीवी देख रहे सारे ही ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਲੈ ਕੇ ਹਾਜ਼ਰ ਹਾਂ ਦਾ ਐਸਟ੍ਰੋਲੋਜੀ ਸ਼ੋ। ਸੋ ਸਾਡੇ ਨਾਲ ਨੇ ਸਤਿੰਦਰ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ। ਸੋ ਸਤਿੰਦਰ ਜੀ, ਤੁਹਾਡਾ ਸਵਾਗਤ ਹੈ ਜੀ। ਸੋ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਸਟਾਕ ਮਾਰਕੀਟ ਦੇ ਬਾਰੇ। ਇਹ ਐਸਟ੍ਰੋਲੋਜੀ ਦੇ ਨਾਲ ਕਿੱਦਾਂ ਰਿਲੇਟਡ ਹੈ, ਕੀ ਹੁੰਦਾ ਹੈ, ਕੀ ਗ੍ਰਹਿਾਂ ਦੀ ਖੇਰ ਫੇਰ ਹੁੰਦੀ ਹੈ ਇਹਦੇ 'ਚ। ਜਦੋਂ ਵੀ ਆਪਾਂ ਕਿਸੇ ਸਟਾਕ ਨੂੰ ਖਰੀਦਣਾ ਜਾਂ ਵੇਚਣਾ ਹੈ, ਸੋ ਆਪਣੇ ਗ੍ਰਹਿ ਕਿੱਦਾਂ ਇਹਦੇ ਵਿੱਚ ਹਾਨੀਕਾਰਕ ਜਾਂ ਮੁਨਾਫਾ ਦੇ ਸਕਦੇ ਨੇ, ਉਹ ਆਪਾਂ ਅੱਜ ਸਤਿੰਦਰ ਜੀ ਤੋਂ ਪੁੱਛਾਂਗੇ। ਸੋ ਸਤਿੰਦਰ ਜੀ, ਕੀ ਹੈ ਸਟਾਕ ਮਾਰਕੀਟ ਦੇ ਵਿੱਚ ਐਸਟ੍ਰੋਲੋਜੀ ਦਾ ਰੋਲ? ਦੇਖੋ, ਜਿਹੜਾ ਸਟਾਕ ਮਾਰਕੀਟ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਦੇਖੋ ਆਪਾਂ ਗੱਲ ਕਰਦੇ ਹਾਂ ਕਿ ਜੀਵਨ ਦਾ ਕੋਈ ਵੀ ਪਹਿਲੂ ਹੋਵੇ, ਚਾਹੇ ਅਸੀਂ ਕੋਈ ਕੰਮ ਕਰਦੇ ਹੋਈਏ, ਬਿਜ਼ਨਸ ਕਰਦੇ ਹੋਈਏ, ਨੌਕਰੀ ਕਰਦੇ ਹੋਈਏ, ਕੋਈ ਹੈਲਥ ਦਾ ਸਵਾਲ ਹੈਗਾ, ਕਿਸੇ ਬੱਚੇ ਦਾ ਸਵਾਲ ਹੈਗਾ, ਪੜ੍ਹਾਈ ਦਾ ਸਵਾਲ, ਮੀਨਸ ਕੋਈ ਵੀ ਇਵੈਂਟ ਹੈਗਾ ਲਾਈਫ ਦਾ, ਇਟ ਆਲ ਕਮਸ ਅੰਡਰ ਐਸਟ੍ਰੋਲੋਜੀ। ਗ੍ਰਹਿਾਂ ਦੇ ਅੰਡਰ ਆਉਂਦਾ ਹੈਗਾ ਵਾ। ਕੋਈ ਵੀ ਕਰਮ ਅਸੀਂ ਕਰਦੇ ਹਾਂ, ਹਰੇਕ ਕਰਮ ਸਾਡਾ ਐਸਟ੍ਰੋਲੋਜੀ ਦੇ ਅੰਡਰ ਆਉਂਦਾ ਹੈ। ਸੋ ਇਹ ਸਟਾਕ ਮਾਰਕੀਟ ਵੀ ਹੈਗੀ ਆ, ਇਹ ਵੀ ਇੱਕ ਖਾਸ ਗ੍ਰਹਿਾਂ ਤੋਂ ਪ੍ਰਭਾਵਿਤ ਹੋ ਕੇ ਹੁੰਦੀ ਆ ਕਿ ਕਿਸ ਤਰੀਕੇ ਦੀ ਪਲੈਨੇਟਰੀ ਪੋਜੀਸ਼ਨ ਸਾਡੇ ਕੋਲ ਹੈਗੀ ਆ। ਤੋ ਯੈਸ, ਹਰੇਕ ਚੀਜ਼ ਦਾ ਸਟਾਕ ਮਾਰਕੀਟ ਦਾ ਸਾਡੇ ਗ੍ਰਹਿ ਦਸ਼ਾ ਜਿਹੜੀ ਹੈਗੀ ਆ ਉਹ ਪੂਰਾ ਪ੍ਰੋਪਰਲੀ ਉਸ ਚੀਜ਼ ਦੇ ਉੱਤੇ ਪ੍ਰਭਾਵ ਪਾਉਂਦੀ, ਕਿਉਂਕਿ ਹੈ ਤਾਂ ਸਾਈਕੋਲੋਜੀਕਲੀ ਇਨਸਾਨ ਦੇ ਡਿਸੀਜ਼ਨ ਮੇਕਿੰਗ ਪਾਵਰ ਚਾਹੀਦੀ ਆ। ਅਤੇ ਮੋਰ ਓਵਰ ਇਨਸਾਨ ਦੇ ਜਿਹੜੇ ਗ੍ਰਹਿ ਨੇ ਫਿਕਸ ਐਸਡ, ਧਨ ਦੌਲਤ ਦੇਣ ਵਾਲੇ ਚਾਹੀਦੇ ਆ, ਤਾਂ ਹੀ ਉਹ ਚੀਜ਼ਾਂ ਹੋਣਗੀਆਂ। ਯੈਸ, ਇਟ ਇਜ਼ ਰਿਲੇਟਡ ਵਿਦ ਦਾ ਸਟਾਕ ਮਾਰਕੀਟ। ਬਹੁਤ ਇਫੈਕਟ ਕਰਦੀ ਆ, ਜਿਸ ਤਰੀਕੇ ਦੇ ਗ੍ਰਹਿ ਹੋਣਗੇ ਉਸ ਤਰੀਕੇ ਨਾਲ ਉਹ ਇਫੈਕਟ ਬਹੁਤ ਜ਼ਿਆਦਾ ਕਰਦੀ ਆ। ਠੀਕ ਹੈ ਜੀ। ਅਤੇ ਜਿਹੜੀ ਸਟਾਕ ਮਾਰਕੀਟ ਇਹਨੂੰ ਇਫੈਕਟ ਕਰਦੀ ਹੈ, ਇਹ ਖਾਸ ਬੰਦਿਆਂ ਦੇ ਉੱਤੇ ਵੀ ਇਫੈਕਟ ਕਰਦੀ ਹੋਣੀ। ਜਿੱਦਾਂ ਮਤਲਬ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਸਟਾਕ ਖਰੀਦਣਾ ਚਾਹੀਦਾ, ਕਿਸੇ ਬੰਦੇ ਨੂੰ ਹੋਰ ਟਾਈਪ ਦਾ, ਮਤਲਬ ਕੋਈ ਆਇਲ ਦੇ ਵਿੱਚ ਇਨਵੈਸਟ ਕਰੇ, ਕੋਈ ਕਾਰਸ ਦੇ, ਆਟੋਜ਼ ਦੇ, ਇਹ ਵੀ ਹੁੰਦਾ ਹੈ। ਦੇਖੋ, ਬਿਲਕੁਲ ਇਹਦੇ 'ਚ ਨਾ ਜਦੋਂ ਕਿਸੇ ਦਾ ਹੋਰੋਸਕੋਪ ਦੇਖਿਆ ਜਾਂਦਾ ਨਾ, ਉਦੋਂ ਪਲੈਨੇਟਰੀ ਪੋਜੀਸ਼ਨ ਦੇਖਣੀ ਪੈਂਦੀ ਆ ਕਿ ਕਿਹੜੇ ਬੰਦੇ ਦੇ ਕਿਹੜੇ ਗ੍ਰਹਿ ਜ਼ਿਆਦਾ ਅਸਲ ਦੇ ਵਿੱਚ ਸਟਰੋਂਗ ਹੈਗੇ ਆ। ਜਿੱਦਾਂ ਸਪੋਜ਼ ਕਿਸੇ ਦਾ ਚੰਦਰਮਾ ਸਟਰੋਂਗ ਹੈਗਾ ਆ, ਉਹਨੂੰ ਕਹਾਂਗੇ ਅਸੀਂ ਓਵਰਸੀਜ਼ ਜਾਂ ਕੋਈ ਇੰਪੋਰਟ ਐਕਸਪੋਰਟ ਦੇ ਜਿਹੜੇ ਪਲੈਨੇਟਸ ਹੈਗੇ ਆ, ਉਹਨਾਂ ਦੇ ਜ਼ਿਆਦਾ ਸਟਾਕ ਚੱਕੋ ਜਾਂ ਉਹਨਾਂ ਦੇ ਸਟਾਕ ਜ਼ਿਆਦਾ ਬਾਏ ਕਰੋ। ਜਾਂ ਸੋਨੇ ਦਾ ਹੈਗਾ ਵਾ, ਜੁਪੀਟਰ ਨੂੰ ਅਸੀਂ ਦੇਖ ਲੈਂਦੇ ਹਾਂ, ਸਨ ਨੂੰ ਅਸੀਂ ਦੇਖਦੇ ਹਾਂ। ਤਾਂ ਇਸ ਦੇ ਨਾਲ ਕੁੰਡਲੀ ਦੇ ਹੋਰੋਸਕੋਪ 'ਚ ਦੇਖਣਾ ਪੈਂਦਾ ਕਿ ਸਾਡੇ ਕਿਹੜੇ ਗ੍ਰਹਿ ਜ਼ਿਆਦਾ ਸਟਰੋਂਗ ਨੇ, ਜਿਹੜੇ ਸਾਨੂੰ ਲਾਭ ਦੇ ਸਕਦੇ ਆ। ਸੋ ਅਸੀਂ ਉਹਨਾਂ ਚੀਜ਼ਾਂ ਜਾਂ ਉਹਨਾਂ ਦੇ ਰਿਲੇਟਡ ਜਿਹੜੇ ਸਟਾਕਸ ਹੈਗੇ ਆ ਜਾਂ ਕੋਈ ਵੀ ਇਨਵੈਸਟਮੈਂਟਸ ਹੈਗੀਆਂ, ਉਹਨਾਂ ਦੇ ਰਿਲੇਟਡ ਕਰਾਂਗੇ ਤਾਂ ਸਾਨੂੰ ਫਾਇਦਾ ਹੋਊਗਾ। ਸੋ ਇਹਦੇ ਆਪੋਜ਼ਿਟ ਦੇ ਵਿੱਚ ਲੈਟਸ ਸੇ ਕਿਸੇ ਦੇ ਹੋਰੋਸਕੋਪ ਦੇ ਵਿੱਚ ਪਲੈਨਟ ਪੋਜ਼ਿਟਿਵ ਰਿਜ਼ਲਟ ਨਹੀਂ ਦੇ ਰਹੇ, IT ਦਾ, ਇਨਫੋਰਮੇਸ਼ਨ ਟੈਕਨੋਲੋਜੀ ਦਾ ਰਿਜ਼ਲਟ ਨਹੀਂ, ਰਾਹੂ ਨਹੀਂ ਐਕਟੀਵੇਟ ਹੈਗਾ, ਮਰਕਰੀ ਨਹੀਂ ਐਕਟੀਵੇਟ, ਤਾਂ ਉਹਦੇ 'ਚ ਕੀ ਹੋਊਗਾ, ਉਹ ਉਸ ਨੂੰ ਉਨਾ ਫਾਇਦਾ ਨਹੀਂ ਦੇ ਸਕਦੇ ਹੈਗੇ ਉਹ ਸਟਾਕ। ਸੋ ਇਹ ਮੇਨ ਚੀਜ਼ ਹੁੰਦੀ ਹੈ। ਸੋ ਮਤਲਬ ਕਿਸੇ ਨੇ ਵੀ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਹੋਰੋਸਕੋਪ ਦਿਖਾ ਲਵੇ। ਦੇਖੋ, ਜੇ ਤਾਂ ਕਿਸੇ ਨੇ ਮਤਲਬ ਲਾਭ ਲੈਣਾ, ਦੇਖੋ ਇੱਕ ਗੱਲ ਸਾਰਿਆਂ ਨੂੰ ਪਤਾ ਹੈਗੀ ਆ, ਸਟਾਕ ਮਾਰਕੀਟ 'ਚ 95% ਲੋਕ ਫੇਲ ਹੋ ਜਾਂਦੇ ਨੇ, ਸਿਰਫ 5% ਲੋਕ ਕਾਮਯਾਬ ਹੋਏ ਆ। ਉਹ ਇਸ ਕਰਕੇ ਹੈਗੇ ਆ ਕਿਉਂਕਿ ਜਦੋਂ ਅਸੀਂ, ਕਿਉਂਕਿ ਹਰੇਕ ਨੂੰ ਸੂਟੇਬਲ ਨਹੀਂ ਹੁੰਦੀ ਹੈਗੀ ਚੀਜ਼, ਕਿਉਂਕਿ ਇਹਦੇ 'ਚ ਜਿਹੜੇ ਗ੍ਰਹਿ ਇਨਵੋਲਵ ਹੁੰਦੇ ਆ, ਜਿਹੜੇ ਅਸਲ 'ਚ ਪਲੇ ਕਰਦੇ ਆ ਰੋਲ, ਜਿਨ੍ਹਾਂ ਨੇ ਅਸਲ ਦੇ ਵਿੱਚ ਘਾਟਾ ਜਾਂ ਵਾਧਾ ਦਿਵਾਉਣਾ ਵਾ, ਉਹ ਪਲੈਨਟ ਬਹੁਤ ਸਟਰੋਂਗ ਚਾਹੀਦੇ ਆ। ਮੇਨ ਤੌਰ ਦੇ ਉੱਤੇ ਜਦੋਂ ਅਸੀਂ ਸਟਾਕ ਮਾਰਕੀਟ 'ਚ ਦੇਖਦੇ ਹਾਂ, ਸਾਨੂੰ 3 ਗ੍ਰਹਿਾਂ ਦੀ ਸਪੋਰਟ ਚਾਹੀਦੀ ਆ। 3 ਗ੍ਰਹਿਾਂ ਦੇ ਉੱਤੇ ਬੇਸਿਕਲੀ ਸਟਾਕ ਮਾਰਕੀਟ ਦੀ ਪ੍ਰੈਡਿਕਸ਼ਨ ਚੰਗੀ ਕਰੋਗੇ ਜਾਂ ਮਾੜੀ ਕਰੋਗੇ ਖੜੀ ਹੈਗੀ ਆ। ਪਹਿਲਾ ਹੈਗਾ ਰਾਹੂ, ਸੈਕਿੰਡ ਹੈਗਾ ਮਰਕਰੀ, ਥਰਡ ਹੈਗਾ ਜੁਪੀਟਰ। ਜੇ ਇਹ 3 ਗ੍ਰਹਿ ਤੁਹਾਡੇ ਹੋਰੋਸਕੋਪ ਦੇ ਵਿੱਚ ਸਟਰੋਂਗ ਹੈਗੇ ਆ, ਚੰਗੀ ਤਰੀਕੇ ਨਾਲ ਪਲੇਸਡ ਹੈਗੇ ਆ, ਪੀੜਤ ਨਹੀਂ ਹੈਗੇ, ਤਾਂ ਇਹ ਤੁਹਾਨੂੰ ਫਾਇਦੇ ਵੱਲ ਲੈ ਕੇ ਜਾਣਗੇ। ਜੇ ਇਹ ਗ੍ਰਹਿ ਤੁਹਾਡੇ ਵੀਕ ਨੇ, ਪੀੜਤ ਨੇ ਜਾਂ ਅੱਛੀ ਪੋਜੀਸ਼ਨ 'ਤੇ ਨਹੀਂ ਬੈਠੇ, ਇਹੀ ਗ੍ਰਹਿ ਤੁਹਾਨੂੰ ਨੈਗੇਟਿਵ 'ਚ ਲੈ ਜਾਣਗੇ। ਸੋ ਅਸਲ ਦੇ ਵਿੱਚ ਇਹਨਾਂ 3 ਗ੍ਰਹਿਾਂ ਦੀ ਸਪੋਰਟ ਚਾਹੀਦੀ ਆ, ਤਾਂ ਸਾਡੇ ਕਹਿ ਲਓ ਸਾਡੇ ਵਿੱਚ ਲਾਭ ਮਿਲੂਗਾ ਸਟਾਕ ਮਾਰਕੀਟ ਦੇ ਵਿੱਚ ਸਾਨੂੰ, ਨਹੀਂ ਤਾਂ ਅਦਰਵਾਈਜ਼ ਬੰਦਾ ਲਾਸਟ 'ਚ ਐਂਡ ਹੋਊ। ਵੈਸੇ ਵੀ ਦੇਖਿਆ ਜਾਵੇ, ਜਦੋਂ ਅਸੀਂ ਦੇਖਦੇ ਹਾਂ ਰਾਹੂ, ਵੈਸੇ ਵੀ ਕਿਸੇ ਦੇ ਹੋਰੋਸਕੋਪ ਚੱਕ ਕੇ ਦੇਖ ਲਓ, ਮੇਨ ਰਾਹੂ ਦੀ ਪ੍ਰੈਡਿਕਸ਼ਨ ਬਣੀ, ਕਿਉਂਕਿ ਰਾਹੂ ਜਿਹੜਾ ਪਲੈਨਟ ਹੈਗਾ ਅਸਲ ਦੇ ਵਿੱਚ ਇਨਸਾਨ ਦੀ ਉਹ ਪਾਵਰ ਦੱਸਦਾ ਹੈ ਕਿ ਕਦੋਂ ਐਂਟਰੀ ਲੈਣੀ ਹੈ ਤੇ ਕਦੋਂ ਐਗਜ਼ਿਟ ਲੈਣਾ। ਇਹੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ, ਕਿਉਂਕਿ ਜਿਹੜੀ ਵੀ ਚੀਜ਼ ਅਸੀਂ ਕਰ ਰਹੇ ਹਾਂ, ਸਪੈਕੂਲੇਸ਼ਨ ਕਰ ਰਹੇ ਹਾਂ, ਇਲੂਜਨ ਆ ਅਸਲ ਦੇ ਵਿੱਚ, ਉਹ ਚੀਜ਼ ਰਿਐਲਿਟੀ 'ਚ ਹੋਈ ਨਹੀਂ। ਸਪੋਜ਼ ਕੋਈ ਸਟਾਕ $20 ਤੇ ਚੱਲਦਾ, ਹਜੇ ਸਾਨੂੰ ਪਤਾ ਨਹੀਂ 30 ਤੇ ਜਾਣਾ ਕਿ ਨਹੀਂ ਜਾਣਾ ਉਹਨੇ। ਇਹ ਰਾਹੂ ਦੀ એનર્ਜੀ ਇਸ ਤਰੀਕੇ ਦੀ ਆ ਕਿ ਇੰਨਾ ਜ਼ਿਆਦਾ ਪ੍ਰਭਾਵ ਪਾਉਂਦੀ ਆ ਕਿ ਉਹ ਉਸ ਬੰਦੇ ਦੇ ਕਹਿ ਲਓ ਸਾਈਕੋਲੋਜੀਕਲੀ ਇਨਸਾਨ ਦਾ ਆਟੋਮੈਟਿਕਲੀ, ਜੇ ਰਾਹੂ ਚੰਗਾ ਆ ਤਾਂ ਇਨਸਾਨ ਉਹਦੇ ਪੱਖ ਵੱਲ ਦੀ ਟ੍ਰੇਡ ਲਊਗਾ, ਤੇ ਜੇ ਉਸ ਦਾ ਨੈਗੇਟਿਵ ਹੈਗਾ ਵਾ, ਇਨਸਾਨ ਲਾਸ ਦੀ ਟ੍ਰੇਡ ਲੈ ਜਾਊਗਾ। ਸੋ ਇਹ ਗ੍ਰਹਿ ਮੇਨ 3 ਜਿਹੜੇ ਗ੍ਰਹਿ ਨੇ ਸਟਰੋਂਗ ਹੋਣੇ ਜ਼ਰੂਰੀ ਆ। ਤੇ ਜੇ ਕਿਸੇ ਨੇ ਫਾਇਦਾ ਲੈਣਾ ਹੈਗਾ ਕਿ ਹਾਂ ਮੈਨੂੰ ਅਸਲ ਦੇ ਵਿੱਚ ਪ੍ਰੋਫਿਟ ਹੋਵੇ,
ਤਾਂ ਬਿਲਕੁਲ ਆਪਣਾ ਹੋਰੋਸਕੋਪ, ਕੁੰਡਲੀ ਦੇ ਹੋਰੋਸਕੋਪ ਦੇ ਗ੍ਰਹਿ ਦੇਖ ਕੇ ਫਿਰ ਉਸ ਦੇ ਮੁਤਾਬਕ ਟ੍ਰੇਡਿੰਗ ਕਰੂਗਾ, ਬੰਦਾ ਸਕਸੈਸਫੁਲ ਹੋਊਗਾ ਉਸ 'ਚ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਰਾਹੂ ਇਸ ਪਲੇਸ ਤੇ ਹੋਣਾ ਚਾਹੀਦਾ ਤਾਂ ਹੀ ਉਹਨੂੰ ਲਾਭ ਮਿਲੂਗਾ, ਇਹ ਇਸ ਪਲੇਸ ਦਾ ਮਤਲਬ ਕੋਈ ਉਹਦਾ ਇੱਕ ਸਪੈਸੀਫਿਕ ਜਗ੍ਹਾ ਹੈ ਕਿ ਉੱਥੇ ਹੋਵੇ? ਦੇਖੋ ਇਹਦਾ ਨਾ ਡਿਫਰੈਂਟ ਹਾਊਸਿਸ ਮੰਨੇ ਜਾਂਦੇ ਨੇ। ਜਿੱਦਾਂ ਹੁਣ ਪਹਿਲਾਂ ਤਾਂ ਹੁੰਦੀ ਆ ਸਿਗਨੀਫਿਕੇਸ਼ਨ ਹੈਗੀ ਆ ਜਿਸ ਤਰੀਕੇ ਨਾਲ ਕਿ ਉਹ ਕੋਈ ਕੀ ਕੰਮ ਕਰ ਰਿਹਾ ਹੈਗਾ ਵਾ। ਲੈਟਸ ਸੇ ਜੀ ਕੋਈ ਕਹਿ ਲਓ ਆਪਣਾ ਵਾਲਮਾਰਟ ਹੈਗਾ ਵਾ ਜਾਂ ਕੋਈ ਹੋਰ ਸਟੋਰ ਹੈਗੇ ਆ, ਇਹ ਸਮਾਨ ਵੇਚਦੇ ਹੈਗੇ ਆ, ਘਰਾਂ ਦਾ ਸਮਾਨ ਮਿਲ ਜਾਂਦਾ, ਸਾਰੀਆਂ ਚੀਜ਼ਾਂ ਮੀਨਸ ਇੱਕ ਸਿਗਨੀਫਿਕੇਸ਼ਨ ਆ ਕਿ ਘਰ ਦੇ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਵਾਲਮਾਰਟ ਤੋਂ ਮਿਲ ਜਾਂਦੀਆਂ ਨੇ। ਹੋਮ ਡੀਪੋ ਨੂੰ ਕਹਾਂਗੇ ਹੋਮ ਬਿਲਡਿੰਗ ਸਪਲਾਈਜ਼ ਦਾ ਕੋਈ ਵੀ ਹੈਗਾ ਵਾ ਸਮਾਨ ਉਹ ਤੋਂ ਮਿਲ ਜਾਂਦਾ। ਸੋ ਇਸੇ ਤਰੀਕੇ ਨਾਲ ਇਹ ਸਿਗਨੀਫਿਕੇਸ਼ਨ ਆ ਉਹਨਾਂ ਦੀ। ਸੋ ਉਸੇ ਤਰੀਕੇ ਨਾਲ ਜਿਹੜੇ 3 ਗ੍ਰਹਿ ਮੈਂ ਤੁਹਾਨੂੰ ਦੱਸਿਆ, ਰਾਹੂ, ਮਰਕਰੀ, ਜੁਪੀਟਰ, ਇਹਨਾਂ ਦੀ ਸਿਗਨੀਫਿਕੇਸ਼ਨ ਹੁੰਦੀ ਆ ਕਿ ਅਸਲ ਦੇ ਵਿੱਚ ਕਿਸ ਤਰੀਕੇ ਦਾ ਰਿਜ਼ਲਟ ਦੇਣਗੇ। ਹੁਣ ਰਾਹੂ ਜਿੱਦਾਂ ਮੈਂ ਦੱਸਿਆ, ਇਹ ਅਸਲ ਦੇ ਵਿੱਚ ਇਨਸਾਨ ਨੂੰ ਉਹ ਪਾਵਰ ਦਿੰਦਾ ਕਿ ਕਦੋਂ ਐਂਟਰੀ ਲੈਣੀ ਆ ਤੇ ਕਦੋਂ ਐਗਜ਼ਿਟ ਲੈਣਾ ਵਾ। ਜਿਹੜਾ ਮਰਕਰੀ ਆ, ਮਰਕਰੀ ਕਿੱਦਾਂ ਪਲੇ ਕਰਦਾ, ਮਰਕਰੀ ਕੈਲਕੂਲੇਸ਼ਨ ਦੀ ਪਾਵਰ ਦਿੰਦਾ ਵਾ ਕਿ ਕਿੰਨਾ ਟਾਰਗੇਟ ਚਾਹੀਦਾ ਤੁਹਾਨੂੰ, ਕਿੰਨੇ ਕੈਲਕੂਲੇਸ਼ਨ, ਕਿਉਂਕਿ ਜੇ ਕੈਲਕੂਲੇਸ਼ਨ ਹੀ ਹੈ ਕਿ ਤੁਸੀਂ ਆਫ ਹੋ ਜਾਓਗੇ। ਤੁਹਾਨੂੰ ਜੇ ਟਾਰਗੇਟ ਨਹੀਂ ਪਤਾ ਹੈਗਾ, ਤੁਹਾਨੂੰ ਆਪਦੀ ਸਪੋਰਟ ਨਹੀਂ ਪਤਾ, ਉਹਦੀ ਰੈਜ਼ਿਸਟੈਂਸ ਨਹੀਂ ਪਤਾ ਹੈਗੀ, ਉਹਦੇ ਪੈਟਰਨ ਨਹੀਂ ਸਮਝ ਆ ਰਹੇ, ਕਿਉਂਕਿ ਇਹਦੇ ਲਈ ਨੌਲੇਜ ਬਹੁਤ ਆ। ਸਟਾਕ ਮਾਰਕੀਟ ਇਦਾਂ ਨਹੀਂ ਹੈਗਾ ਕਿ ਅੱਜ ਕਿਸੇ ਨੇ ਜੀ ਪੈਸੇ ਲਾਏ ਤੇ ਰਾਤ ਨੂੰ ਅਮੀਰ ਹੋ ਜਾਊ। ਇਹ ਪੂਰਾ ਇੱਕ ਬਿਜ਼ਨਸ ਹੈਗਾ ਵਾ, ਸਮਝਣ ਦੀ ਲੋੜ ਪੈਂਦੀ ਆ। ਮਰਕਰੀ ਇਨਸਾਨ ਨੂੰ ਨੌਲੇਜ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਤੂੰ ਕਿੱਦਾਂ ਟ੍ਰੇਡ ਲੈਣੀ ਆ, ਕਿੰਨੇ ਪੈਸੇ ਮੁਨਾਫਾ ਲੈਣਾ, ਕਦੋਂ ਬਾਹਰ ਆਉਣਾ ਵਾ। ਤੇ ਜਿਹੜਾ ਜੁਪੀਟਰ ਹੈਗਾ, ਜੁਪੀਟਰ ਧਨ ਦਾ ਕਾਰਕ ਮੰਨਿਆ ਜਾਂਦਾ ਵਾ, ਸਾਡੀ ਜਿਹੜੀ ਮਨੀ ਆ, ਫਿਕਸ ਐਸਟ ਦਾ ਕਾਰਕ ਮੰਨਿਆ ਤੇ ਗਰੋਥ ਦਾ ਕਾਰਕ ਮੰਨਿਆ ਜਾਂਦਾ, ਕਿਉਂਕਿ ਅਸੀਂ ਗਰੋ ਕਰਨਾ ਵਾ ਲਾਈਫ ਦੇ ਵਿੱਚ। ਕਿਉਂਕਿ ਇੱਕ ਇਹ ਤਾਂ ਨਹੀਂ ਹੈਗਾ ਕਿ ਲੱਤ ਸੇ ਕਿਸੇ ਕੋਲੇ ਅੱਜ 20,000 ਹੈ ਜਾਂ 30,000 ਹੈਗਾ, ਉਹਨੇ ਗਰੋ ਕਰਨਾ, ਉਹਨੇ 50,000 ਵੀ ਬਣਾਉਣਾ, ਉਹਨੇ ਲੱਖ ਵੀ ਬਣਾਉਣਾ ਵਾ। ਸੋ ਤਾਂ ਹੀ ਗਰੋ ਹੋਊਗਾ ਜੇ ਜੁਪੀਟਰ ਸਟਰੋਂਗ ਆ। ਇਹ ਤਾਂ ਹੋਊਗੀ ਸਿਗਨੀਫਿਕੇਸ਼ਨ ਜਿੱਦਾਂ ਗ੍ਰਹਿਾਂ ਦੀ। ਹੁਣ ਹੈਗਾ ਅੱਗੇ ਨੈਕਸਟ ਜਿਹੜਾ ਤੁਸੀਂ ਸਵਾਲ ਕੀਤਾ ਕਿ ਹਾਊਸਿਸ ਕੀ ਹੁੰਦੇ ਨੇ। ਦੇਖੋ ਹਾਊਸਿਸ ਆਪਣਾ ਇੱਕ ਅਲੱਗ ਤਰੀਕੇ ਦਾ ਰੋਲ ਪਲੇ ਕਰਦੇ ਨੇ। ਜਿੱਦਾਂ ਹੁਣ ਪਲੈਨਟ ਤਾਂ ਨੇ ਤਾਂ ਸਿਗਨੀਫਿਕੇਸ਼ਨ ਦੇਣੀ ਆ, ਪਾਵਰ ਆ ਅਸਲ ਦੇ ਵਿੱਚੋਂ, ਪਰ ਉਹ ਪਾਵਰ ਕੰਮ ਤਾਂ ਹੀ ਆਊਗੀ ਜੇ ਇੱਕ ਖਾਸ ਹਾਊਸ 'ਚ ਬੈਠਿਆ ਹੋ। ਸਪੋਜ਼ ਤੁਹਾਡੇ ਘਰੇ ਮਹਿਮਾਨ ਆ ਰਿਹਾ, ਮਹਿਮਾਨ ਦੀ ਸੇਵਾ ਆਪਾਂ ਸੜਕ ਤੇ ਬੈਠ ਕੇ ਤਾਂ ਕਰਾਂਗੇ ਨਹੀਂ, ਉਹ ਘਰੇ ਆ ਕੇ ਹੀ ਹੋਊਗੀ ਤੇ ਉਹ ਉਦੋਂ ਹੀ ਉਹਨੇ ਖੁਸ਼ ਹੋਣਾ ਵਾ ਉਸ ਚੀਜ਼ ਤੋਂ। ਸੇਮ ਤਰੀਕੇ ਨਾਲ ਜਿਹੜਾ ਇੱਕ ਪਲੈਨਟ ਆ, ਇੱਕ ਖਾਸ ਹਾਊਸ, ਜਿੱਦਾਂ ਹੋਰੋਸਕੋਪ ਦੇ 12 ਘਰ ਹੁੰਦੇ ਨੇ, 12 ਹਾਊਸਿਸ ਆ, ਇਹਨਾਂ ਦੇ ਵਿੱਚ ਪਲੇਸਮੈਂਟ ਹੁੰਦੀ ਆ ਕਿ ਕਿਹੜੀ ਥਾਂ ਦੇ ਉੱਤੇ ਬੈਠਾ ਹੈਗਾ ਵਾ ਹੋਰੋਸਕੋਪ ਦੇ ਵਿੱਚ ਪਲੈਨਟ। ਲੈਟਸ ਸੇ ਹੁਣ ਆਪਾਂ ਰਾਹੂ ਦੀ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਹੁਣ ਕਿਸੇ ਦੇ ਹੋਰੋਸਕੋਪ 'ਚ ਰਾਹੂ 3rd ਹਾਊਸ 'ਚ ਬੈਠਾ ਹੋਵੇ, 10th ਹਾਊਸ 'ਚ ਬੈਠਾ ਹੋਵੇ, 11th ਹਾਊਸ 'ਚ ਬੈਠਾ ਹੋਵੇ, ਇਹ ਇੰਡੀਕੇਟ ਕਰਦਾ ਕਿ ਬਹੁਤ ਸਟਰੋਂਗ ਰਾਹੂ ਹੈ ਇਸ ਬੰਦੇ ਦਾ। ਇਹ ਬੰਦਾ ਜਿਹੜੀ ਚੀਜ਼ ਕਰੂਗਾ ਬੜੀ ਪਰਫੈਕਟਲੀ ਕਰੂਗਾ। ਇਹੋ ਜਿਹੇ ਬੰਦੇ ਨੂੰ ਸਟਾਕ ਮਾਰਕੀਟ ਬਹੁਤ ਜ਼ਿਆਦਾ ਸੂਟੇਬਲ ਰਹੂਗੀ। ਸੇਮ ਹੁਣ ਪੋਜੀਸ਼ਨ ਤੇ ਲੈਟਸ ਸੇ ਕਿਸੇ ਦਾ 8th ਹਾਊਸ ਦੇ ਵਿੱਚ ਰਾਹੂ ਬੈਠਾ ਹੈਗਾ, 7th ਹਾਊਸ 'ਚ ਰਾਹੂ ਬੈਠਾ, 2nd ਹਾਊਸ 'ਚ ਰਾਹੂ ਬੈਠਾ ਵਾ, 6th ਹਾਊਸ 'ਚ ਰਾਹੂ ਬੈਠਾ ਵਾ, ਇਹ ਸਾਰਾ ਕੁਝ ਨੈਗੇਟਿਵ ਕਰ ਦੂਗਾ। ਇਹ ਬੇਸਿਕਲੀ ਬੰਦੇ ਨੂੰ ਲਾਸ 'ਚ ਐਂਡ ਕਰੂਗਾ, ਨਾ ਕਿ ਪੋਜ਼ਿਟਿਵਿਟੀ 'ਚ ਐਂਡ ਕਰੂਗਾ। ਸੇਮ ਤਰੀਕੇ ਨਾਲ ਆਪਾਂ ਮਰਕਰੀ ਦੀ ਗੱਲ ਕਰਦੇ ਹਾਂ। ਹੁਣ ਮਰਕਰੀ ਦੇ ਵਿੱਚ ਥੋੜਾ ਜਿਹਾ ਮਤਲਬ ਇੰਨਾ ਆਸਾਨ ਵੀ ਨਹੀਂ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕਰਨਾ, ਪਰ ਆਈ ਵਿਲ ਟਰਾਈ। ਜਿੱਦਾਂ ਹੁਣ ਮਰਕਰੀ ਨੂੰ ਕਹਾਂਗੇ ਕਿ ਬੁੱਧ ਅਦਿੱਤੇ ਯੋਗ ਕਹਿੰਦੇ ਆ, ਸਨ ਦੇ ਨਾਲ ਕੰਜੰਕਸ਼ਨ ਦੇ ਵਿੱਚ ਹੋਣਾ ਚਾਹੀਦਾ ਵਾ, ਨਾਟ ਕਿ ਕੰਬਸਟ ਹੋਵੇ। ਉਹ ਪੋਜੀਸ਼ਨ ਦੇ ਵਿੱਚ ਜਾ ਕੇ ਪੋਜ਼ਿਟਿਵ ਰਿਜ਼ਲਟ ਦਊਗਾ। ਜਾਂ ਮਰਕਰੀ ਦੀ ਪੋਜੀਸ਼ਨ ਜਿਹੜੇ ਕੇਂਦਰ ਦੇ ਹਾਊਸਿਸ ਅਸੀਂ ਕਹਿੰਦੇ ਆ, 1st 4th 7th ਤੇ 10th, ਜਾਂ 11th ਹਾਊਸ 'ਚ ਆ ਜੇ, 2nd ਹਾਊਸ 'ਚ ਆ ਜੇ, 5th ਹਾਊਸ 'ਚ ਆ ਜਾਵੇ, ਤਾਂ ਇਹਨੂੰ ਅਸੀਂ ਚੰਗਾ ਮਰਕਰੀ ਕਹਿੰਦੇ ਆ। ਤੇ ਇੱਕ ਹੋਰ ਚੀਜ਼, ਜੇ ਮਰਕਰੀ ਦੇ ਨਾਲ ਕਿਸੇ ਸ਼ੁਭ ਗ੍ਰਹਿ ਦੀ ਕੰਜੰਕਸ਼ਨ ਹੋ ਜੇ, ਮਤਲਬ ਫਰੈਂਡਸ਼ਿਪ ਪਲੈਨਟ ਅਸੀਂ ਉਹਨੂੰ ਕਹਿੰਦੇ ਕਿ ਚੰਗੇ ਗ੍ਰਹਿ ਦੀ ਕੰਜੰਕਸ਼ਨ ਆ ਜੋ ਹੋਰ ਜ਼ਿਆਦਾ ਸਟਰੋਂਗ ਹੋ ਜਾਊਗਾ। ਜਾਂ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਪੈ ਜੇ, ਦ੍ਰਿਸ਼ਟੀ ਮੀਨਸ 7th ਆਸਪੈਕਟ ਕਿਹਾ ਜਾਂਦਾ ਵਾ, ਜੇ ਆਸਪੈਕਟ ਪੈ ਜੇ ਹੋਰ ਵਧੀਆ ਹੋ ਜਾਊਗਾ। ਦੇਖੋ ਆਪਾਂ ਹਰੇਕ ਗ੍ਰਹਿ ਨੂੰ ਇੱਕ ਖਾਸ ਚਿਣ ਕੇ ਤਾਂ ਨਹੀਂ ਬਿਠਾ ਸਕਦੇ ਹੈਗੇ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਬੈਠਣਾ ਹੀ ਆ। ਸਿਰਫ ਇਹ ਆ ਵੀ ਉਹਨਾਂ ਦੀ ਪਲੇਸਮੈਂਟ ਦੇ ਮੁਤਾਬਕ, ਸਪੋਜ਼ ਜੇ ਉਹਨਾਂ ਦਾ ਇੱਕ ਹੋਰ ਕੋਈ ਗ੍ਰਹਿ ਬੈਠਾ ਵਾ ਜਾਂ ਉਹਨੂੰ ਕੋਈ ਦ੍ਰਿਸ਼ਟ ਕਰ ਰਿਹਾ, ਜੁਪੀਟਰ ਲੈਟਸ ਸੇ ਮਰਕਰੀ ਨੂੰ ਜੁਪੀਟਰ ਦ੍ਰਿਸ਼ਟ ਕਰ ਰਿਹਾ, ਆਸਪੈਕਟ ਕਰ ਰਿਹਾ, ਬਹੁਤ ਵੱਡੀ ਗੱਲ ਆ, ਸੋਨੇ ਤੇ ਸੁਹਾਗੇ ਵਾਲੀ ਗੱਲ ਆ, ਇਹਨੂੰ ਹੋਰ ਜ਼ਿਆਦਾ ਪ੍ਰੋਫਿਟ ਹੋਊਗਾ ਇਸ ਬੰਦੇ ਨੂੰ। ਸੇਮ ਤਰੀਕੇ ਨਾਲ ਜੁਪੀਟਰ ਦੀ ਪੋਜੀਸ਼ਨ ਲਗਨ ਦੇ ਵਿੱਚ ਆ ਜਾਏ, ਕੇਂਦਰ ਦੇ ਕਿਸੇ ਵੀ ਹਾਊਸ 'ਚ ਆ ਜਾਵੇ, 11th ਹਾਊਸ 'ਚ ਆ ਜਾਏ, 9th ਹਾਊਸ ਤੇ ਆ ਜਾਵੇ, 2nd ਹਾਊਸ 'ਚ ਆ ਜਾਵੇ, ਇਹੋ ਜਿਹੇ ਬੰਦਿਆਂ ਨੂੰ ਬੜੀ ਸੂਟੇਬਲ ਰਹਿੰਦੀ ਹੈ। ਇਵਨ 12th ਹਾਊਸ 'ਚ ਬੜੀ ਸੂਟੇਬਲ ਰਹਿੰਦੀ ਹੈ ਜੁਪੀਟਰ ਦੀ ਪੋਜੀਸ਼ਨ ਜੇ ਆ ਜਾਵੇ। ਸੋ ਇਹ ਕੁਝ ਐਸੀਆਂ ਖਾਸ ਸਥਿਤੀਆਂ ਨੇ ਜਦੋਂ ਪਲੈਨਟਸ ਉਹਨਾਂ ਸਥਿਤੀਆਂ 'ਚ ਬੈਠਦੇ ਨੇ ਤਾਂ ਇਹ ਉਨਾ ਪੋਜ਼ਿਟਿਵ ਰਿਜ਼ਲਟ ਦਿੰਦੇ ਨੇ, ਉਨਾ ਹੀ ਉਹਨਾਂ ਨੂੰ ਚੰਗਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਵਾ। ਜਿੱਦਾਂ ਤੁਸੀਂ ਕਿਹਾ ਚੰਗਾ ਰਿਜ਼ਲਟ, ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿਸੇ ਨੇ ਕੋਈ ਐਸਟ੍ਰੋਲੋਜੀ
ਐਸਟ੍ਰੋਲੋਜਰ ਕੋਲ ਨਹੀਂ ਗਿਆ ਜਾਂ ਆਪਣਾ ਹੋਰੋਸਕੋਪ ਨਹੀਂ ਦਿਖਾਇਆ, ਉਹਨੇ ਜਸਟ ਮਤਲਬ ਕਿਸਮਤ ਨਾਲ ਖੇਡ ਲਿਆ ਆਪਣੇ, ਤੇ ਉਹਨੂੰ ਮੁਨਾਫਾ ਵੀ ਹੋ ਗਿਆ, ਤੇ ਉਹਦੀ ਮਤਲਬ ਐਸਟ੍ਰੋਲੋਜੀਕਲੀ ਉਹਦਾ ਵਧੀਆ ਹੋਰੋਸਕੋਪ ਹੈ ਤਾਂ ਹੋਇਆ, ਜਾਂ ਮਤਲਬ ਕਿ ਕਿਸਮਤ ਵੀ ਹੱਥ ਖੇਲ ਗਈ ਉਹਦੇ 'ਚ? ਦੇਖੋ, ਕਿਸਮਤ ਸਿਰਫ ਇੱਕ ਵਾਰੀ ਚੱਲੂਗੀ ਉਹ ਬੰਦੇ ਦੀ। ਰਾਹੂ ਦੀ ਇੱਕ ਪਰਿਭਾਸ਼ਾ ਹੈਗੀ ਆ ਕਿ ਇੱਕ ਵਾਰੀ ਫਾਇਦਾ ਦਿੰਦਾ, 3 ਵਾਰੀ ਨੁਕਸਾਨ ਦਿੰਦਾ ਵਾ। ਤੇ ਜੇ ਰਾਹੂ ਕਿਸੇ ਦਾ ਬਹੁਤ ਹੀ ਜ਼ਿਆਦਾ ਨੈਗੇਟਿਵ ਆ, ਉਹੋ ਜਿਹੇ ਬੰਦੇ ਨੂੰ 2-3 ਵਾਰੀ ਫਾਇਦਾ ਦਵਾਊਗਾ ਛੋਟੀਆਂ-ਛੋਟੀਆਂ ਟ੍ਰੇਡਸ ਦੇ ਵਿੱਚ, ਉਹਨੂੰ ਫਾਇਦਾ ਹੋਊਗਾ, ਫਿਰ ਉਹ ਬੰਦਾ ਸਾਰੇ ਪੈਸੇ ਲਾਊਗਾ। ਬਹੁਤ ਵਾਰੀ ਵਾਪਰੀ ਹੋਣੀ ਹੈ ਲੋਕਾਂ ਦੇ ਨਾਲ, ਫਿਰ ਸਾਰੇ ਪੈਸੇ ਲਾਊਗਾ ਤੇ ਸਾਰੇ ਖਤਮ ਹੋ ਜਾਣੇ ਉਸ ਬੰਦੇ ਦੇ। ਤੇ ਇੱਕ ਹੋਰ ਬੰਦੇ ਨਾਲ ਵਾਪਰਦੀ ਹੈ ਕਿ ਜਦੋਂ ਮੈਂ ਖਰੀਦਦਾ ਵਾਂ ਉਦੋਂ ਸਟਾਕ ਥੱਲੇ ਡਿੱਗ ਜਾਂਦੇ, ਜਦੋਂ ਮੈਂ ਵੇਚਦਾ ਉਹ ਜਦੇ ਉੱਪਰ ਚੜ ਜਾਂਦੇ ਨੇ। ਇਹਨੂੰ ਕਹਿੰਦੇ ਰਾਹੂ ਸਾਡਾ ਵੀਕ ਆ ਅਸਲ ਦੇ ਵਿੱਚ। ਕਿਸਮਤ ਵਾਲੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ, ਇੱਕ ਅੱਧੀ ਵਾਰੀ ਹੋ ਸਕਦੀ ਆ, ਹਮੇਸ਼ਾ ਨਹੀਂ ਹੋ ਸਕਦੀ। ਹਮੇਸ਼ਾ ਉਹ ਤਾਂ ਹੀ ਹੋ, ਕਿਉਂਕਿ ਅਸੀਂ ਜਿਹੜੀ ਟ੍ਰੇਡਿੰਗ ਕਰਦੇ ਆ ਜਾਂ ਸਟਾਕ ਮਾਰਕੀਟ ਹੈ, ਇਹ ਇੱਕ ਦਿਨ ਲਈ ਨਹੀਂ ਹੈਗਾ ਕਿ ਅੱਜ ਪ੍ਰੋਫਿਟ ਹੋ ਗਿਆ, ਸਾਨੂੰ ਤਾਂ ਹਰ ਰੋਜ਼ ਚਾਹੀਦਾ ਵਾ ਉਹ ਚੀਜ਼, ਜਾਂ ਮਹੀਨੇ ਬਾਅਦ ਚਾਹੀਦੀ ਆ। ਇਸ ਨੂੰ ਡਿਪੈਂਡਿੰਗ ਔਨ ਉਹਨੇ ਕਿੰਨੀ ਲਾਰਜ ਕੁਆਂਟੀਟੀ ਦੇ ਲੈ ਰਿਹਾ। ਸੋ ਉਸ ਬੰਦੇ ਨੂੰ ਤਾਂ ਕੰਸਿਸਟੈਂਟ ਪ੍ਰੋਫਿਟ ਚਾਹੀਦਾ। ਕੰਸਿਸਟੈਂਟ ਪ੍ਰੋਫਿਟ ਤਾਂ ਹੀ ਮਿਲੂਗਾ ਜੇ ਇਨਸਾਨ ਦੇ ਪਲੈਨਟ ਚੰਗੇ ਨੇ, ਕਿਉਂਕਿ ਇਹਦਾ ਕੀ ਫਾਇਦਾ? ਲੈਟਸ ਸੇ ਅੱਜ ਜੇ ਤੁਹਾਨੂੰ 5000 ਦਾ ਫਾਇਦਾ ਹੋਇਆ ਵਾ, ਸੈਕਿੰਡ ਟ੍ਰੇਡ 'ਚ ਉਹਦੀ 8000 ਦਾ ਲਾਸ ਕਰਤਾ ਵਾ, ਤੁਸੀਂ ਤਾਂ ਬੇਸਿਕਲੀ 3000 ਲਾਸ ਤੇ ਬੈਠੇ ਹੋ। ਸਾਨੂੰ ਕੰਸਿਸਟੈਂਟਲੀ ਅਸਲ 'ਚ ਪ੍ਰੋਫਿਟ ਚਾਹੀਦਾ, ਕੰਸਿਸਟੈਂਟਲੀ ਪ੍ਰੋਫਿਟ ਆਊਗਾ ਇਸੇ ਤਰੀਕੇ ਨਾਲ ਹੀ। ਸੋ ਇਹਦਾ ਮਤਲਬ ਇਹ ਹੈ ਕਿ ਜਿੱਦਾਂ ਮਤਲਬ ਵੱਡੇ ਵੱਡੇ ਬਿਜ਼ਨਸਮੈਨ ਹੈ, ਅੰਬਾਨੀ, ਅਡਾਨੀ, ਬਿਲ ਗੇਟਸ, ਜੋ ਵੀ ਹੈ, ਇਹਨਾਂ ਦਾ ਮਤਲਬ ਆਪਣਾ ਹੋਰੋਸਕੋਪ ਨਾਲ ਪ੍ਰੋਪਰ ਖੇਡ ਲਏ ਨੇ। ਬਿਲਕੁਲ। ਦੇਖੋ, ਵੈਸੇ ਹੀ ਅੰਬਾਨੀ ਦਾ ਤੁਸੀਂ ਚਾਹੇ ਗੂਗਲ ਕਰਕੇ ਦੇਖ ਲਓ, ਉਹਨੇ ਤਾਂ ਆਪਦਾ ਘਰ ਵੀ ਜਿਹੜਾ ਬਣਾਇਆ ਵਾ ਵਾਸਤੂ ਦੇ ਮੁਤਾਬਕ ਬਣਾਇਆ ਵਾ। ਇਹ ਸਾਰਿਆਂ ਦੇ ਪਰਸਨਲ ਆਪਣੇ ਐਸਟ੍ਰੋਲੋਜਰ ਹੈਗੇ ਇਹਨਾਂ ਦੇ, ਜਿਨ੍ਹਾਂ ਨੂੰ ਕੰਸਲਟ ਕੀਤਾ। ਦੁਨੀਆ ਦਾ ਕਿਹੜਾ ਬੰਦਾ ਜਿਹੜਾ ਐਸਟ੍ਰੋਲੋਜਰ ਨੂੰ ਤੋਂ ਪੁੱਛ ਕੇ ਨਹੀਂ ਕਰ ਰਿਹਾ? ਕਿਉਂਕਿ ਗੱਲ ਕੀ ਆ, ਪਹਿਲਾਂ ਦਾ ਜ਼ਮਾਨਾ ਹੋਰ ਸੀਗਾ, ਉਦੋਂ ਸਮਝ ਨਹੀਂ ਸੀ, ਸਮਝਿਆ ਘੱਟ ਸੀ। ਹੁਣ ਲੋਕਾਂ ਨੂੰ ਇਹ ਸਮਝ ਆਈਏ ਕਿ ਜੇ ਇਹ ਸਾਇੰਸ ਹੈਗੀ ਆ, ਜੇ ਅਸੀਂ ਵਰਤ ਲਾਂਗੇ ਸਾਡਾ ਕੀ ਨੁਕਸਾਨ ਆ? ਕਿਉਂਕਿ ਫਾਇਦਾ ਤਾਂ ਸਾਡਾ ਹੀ ਹੋਣਾ ਵਾ, ਸਾਡੇ ਹੀ ਗ੍ਰਹਿ ਨੇ। ਜੇ ਅਸੀਂ ਕੋਈ ਚੀਜ਼ ਕਰ ਲਵਾਂਗੇ ਤਾਂ ਫਾਇਦਾ ਹੋ ਜਾਊਗਾ। ਲੈਟਸ ਸੇ ਇੱਕ ਜੇ ਗਲੂਕੋਜ਼ ਦਾ ਪਾਣੀ ਪੀਣ ਨਾਲ ਐਨਰਜੀ ਆਉਂਦੀ ਆ ਤਾਂ ਕੀ ਮਾੜੀ ਗੱਲ ਆ? ਸਾਡੀ ਹੀ ਆ ਗਲੂਕੋਜ਼, ਤੁਹਾਡਾ ਪਾਣੀ, ਤੁਹਾਡਾ ਗਲੂਕੋਜ਼, ਤੁਹਾਡਾ ਪੀਣਾ ਤੁਸੀਂ ਆ। ਸੋ ਤੁਹਾਨੂੰ ਉਨੀ ਜ਼ਿਆਦਾ ਪੋਜ਼ਿਟਿਵਿਟੀ ਮਿਲੂਗੀ। ਸੋ ਯੈਸ, ਆਹ ਜਿਹੜੀਆਂ ਪੋਜੀਸ਼ਨਸ ਦੇ ਉੱਤੇ ਜਾ ਕੇ ਰਿਜ਼ਲਟ ਵਧੀਆ ਮਿਲਦੇ ਨੇ। ਜਿੱਦਾਂ ਆਪਾਂ ਸਟਾਕ ਮਾਰਕੀਟ ਨੂੰ ਦੇਖੀਏ, ਇਹਦੇ ਵਿੱਚ ਕਈ ਡਿਫਰੈਂਟ ਤਰ੍ਹਾਂ ਦੀ ਸਟਰੀਮਸ ਆਉਂਦੀਆਂ, ਜਿਵੇਂ ਡੇ ਟੂ ਡੇ ਟ੍ਰੇਡਿੰਗ ਹੋ ਗਈ, ਜਾਂ ਈਵਨ ਬਿਟਕੋਇਨ ਵੀ ਅੱਜ ਕੱਲ੍ਹ ਸਟਾਕਸ 'ਚ ਹੀ ਹੈ। ਸੋ ਇਹ ਇੱਕ ਇੰਡੀਵਿਜੂਅਲ ਦਾ ਉਹਨੂੰ ਇਫੈਕਟ ਕਰਦਾ ਕਿ ਉਸ ਬੰਦੇ ਨੂੰ ਉਹੀ ਕਰਨਾ ਚਾਹੀਦਾ ਹੈ ਜਾਂ ਕੁਝ ਵੀ ਕਰ ਸਕਦਾ ਉਹ? ਦੇਖੋ, ਇਹਦੇ 'ਚ ਬਹੁਤ ਡਿਫਰੈਂਸ਼ੀਏਸ਼ਨ ਆ ਜਾਣੀ ਆ। ਹੁਣ ਇੱਥੇ ਵੀ ਬਹੁਤ ਸਾਰੇ ਲੋਕ ਮਰਦੇ ਨੇ। ਕਈ ਵਾਰੀ ਲੋਕ ਲੈ ਲੈਂਦੇ ਨੇ ਸਟਾਕ, ਅਸੀਂ ਤਾਂ ਜੀ 2 ਸਾਲਾਂ ਨੂੰ ਵੇਚਣਾ, ਉਹ ਜਦੇ ਹੀ 2 ਦਿਨਾਂ 'ਚ ਥੱਲੇ ਆਇਆ ਹੁੰਦਾ, ਜਦੀ ਵੇਚ ਕੇ ਫਿਰ ਨਿਕਲ ਜਾਂਦੇ ਨੇ। ਜਦੋਂ ਵੇਚਦੇ ਨੇ ਜਦੇ ਫਿਰ ਸਟਾਕ ਉੱਪਰ ਚੜ ਜਾਂਦਾ ਵਾ। ਇਹਦੇ 'ਚ ਨਾ ਦੇਖਣਾ ਪੈਂਦਾ ਕਿ ਸਾਨੂੰ ਅਗੇਨ ਮਤਲਬ ਹੋਰੋਸਕੋਪ ਦੇਖ ਕੇ ਪਤਾ ਲੱਗਦਾ ਕਿ ਕਿਹੜਾ ਪਲੈਨਟ ਪੋਜ਼ਿਟਿਵ ਰਿਜ਼ਲਟ ਦੇ ਰਿਹਾ। ਕਈ ਵਾਰੀ ਹੁੰਦਾ ਕਿ ਰਾਹੂ ਜ਼ਿਆਦਾ ਐਕਟਿਵ ਹੈਗਾ ਬੰਦੇ ਦਾ, ਇਹੋ ਜਿਹੇ ਬੰਦੇ ਨੂੰ ਡੇ ਟ੍ਰੇਡਿੰਗ ਬਹੁਤ ਸੂਟ ਪੈਂਦੀ ਆ। ਕਈ ਵਾਰੀ ਹੁੰਦਾ ਕਿ ਜੁਪੀਟਰ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਹੋ ਸਕਦਾ ਤਿੰਨੇ ਨਾ ਕਿਸੇ ਦੇ ਸਟਰੋਂਗ ਹੋਣ, ਇਹ ਤਾਂ ਕੋਈ ਯੂਨੀਕ ਹੋਰੋਸਕੋਪ ਹੋਊਗਾ ਵੀ ਬਾਕੀ ਦੇ ਗ੍ਰਹਿ ਵੀ ਬੜੇ ਵਧੀਆ ਤਰੀਕੇ ਨਾਲ ਬੈਠੇ ਹੋਣ। ਪਰ ਹੋ ਸਕਦਾ ਕੋਈ ਚੀਜ਼ਾਂ ਕਿਸੇ ਕੋਲੇ ਘੱਟ ਹੋਣਗੀਆਂ, ਕਿਸੇ ਕੋਲੇ ਵੱਧ ਹੋਣਗੀਆਂ। ਹੋ ਸਕਦਾ ਕਿਸੇ ਦਾ ਲੈਟਸ ਸੇ ਮਰਕਰੀ ਬੜਾ ਸਟਰੋਂਗ ਹੈਗਾ, ਇਹੋ ਜਿਹੇ ਬੰਦੇ ਨੂੰ ਕਹਾਂਗੇ ਕਿ ਸਵਿੰਗ ਟ੍ਰੇਡ ਕਰ ਤੂੰ। ਮਤਲਬ ਸਵਿੰਗ ਟ੍ਰੇਡ ਮੀਨਸ 2 ਤੋਂ 1 ਹਫ਼ਤੇ ਦੇ ਵਿੱਚ ਰੱਖ। ਜੁਪੀਟਰ ਜਿਹਦਾ ਸਟਰੋਂਗ ਹੈਗਾ ਵਾ, ਉਹਨੂੰ ਅਸੀਂ ਕਹਾਂਗੇ ਥੋੜੀਆਂ ਜਿਹੀਆਂ ਲੰਬੀਆਂ ਪੋਜੀਸ਼ਨਲ ਟ੍ਰੇਡਸ ਲੈ, ਉਹਦੇ ਜ਼ਿਆਦਾ ਇਨਵੈਸਟਮੈਂਟ 'ਚ ਫਾਇਦਾ ਹੋਊਗਾ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡੇ ਹੋਰੋਸਕੋਪ ਦੇ ਪਲੈਨਟ ਕਿਸ ਜਗ੍ਹਾ ਤੇ ਪਲੇਸ ਨੇ, ਕਿੰਨੇ ਸਟਰੋਂਗ ਨੇ, ਡਿਗਰੀ ਕਿੰਨੀ ਹੈ ਉਹਨਾਂ ਦੀ। ਉਹਦੇ ਮੁਤਾਬਕ ਅਸੀਂ ਡਿਸਾਈਡ ਕਰਾਂਗੇ ਇਹ ਬੰਦਾ ਰਿਸਕ ਲੈਣ ਦੇ ਕਿੰਨਾ ਕਾਬਲ ਹੈਗਾ ਵਾ। ਇਹਨੂੰ ਡੇ ਟ੍ਰੇਡਿੰਗ ਸੂਟ ਬੈਠੂਗੀ, ਸਵਿੰਗ ਬੈਠੂਗੀ, ਇਨਵੈਸਟਮੈਂਟ ਬੈਠੂਗੀ, ਮਿਊਚੁਅਲ ਫੰਡ ਬੈਠੂ, ਕੀ ਬੈਠੂਗਾ। ਸੋ ਫਿਰ ਅਸੀਂ ਨਿਰਣਾ ਲੈ ਸਕਦੇ ਹਾਂ ਉਹਦਾ ਹੋਰੋਸਕੋਪ ਦੇਖ ਕੇ, ਤੇ ਹੋਰੋਸਕੋਪ ਤੋਂ ਕਲੀਅਰ ਕੱਟ ਪਤਾ ਲੱਗ ਜਾਂਦਾ ਕਿ ਇਸ ਬੰਦੇ 'ਚ ਕੈਪੇਬਿਲਿਟੀ ਕਿੰਨੀ ਹੈਗੀ ਆ। ਜਾਂ ਇੱਕ ਚੀਜ਼ ਹੁੰਦੀ ਹੈ, ਜਿੱਦਾਂ ਆਪਾਂ ਦੇਖਦੇ ਹਾਂ ਕਿਸੇ ਦਾ 5th ਹਾਊਸ ਬਹੁਤ ਜ਼ਿਆਦਾ ਸਟਰੋਂਗ ਹੈਗਾ ਵਾ, ਜਾਂ 11th ਹਾਊਸ ਬਹੁਤ ਜ਼ਿਆਦਾ ਸਟਰੋਂਗ ਹੈਗਾ ਵਾ। ਇਹਦੇ ਵਿੱਚ ਜਾ ਕੇ ਇਹ ਬੰਦਾ ਜੋ ਮਰਜ਼ੀ ਕੁਝ ਕਰ ਸਕਦਾ ਹੈਗਾ ਵਾ। ਪਰ ਅਗੇਨ ਗੱਲ ਸਿਰਫ ਇਹ ਆ ਵੀ ਹੋਰੋਸਕੋਪ ਦੇ ਪਹਿਲਾਂ ਦਾ ਪਲੈਨਟ ਦੇਖਣ ਦੀ ਲੋੜ ਆ ਕਿ ਸਾਡੇ ਪਲੈਨਟ ਇੰਡੀਕੇਟ ਕੀ ਕਰ ਰਹੇ ਹੈਗੇ ਆ, ਫੇਰ ਹੀ ਰਿਜ਼ਲਟ ਮਿਲੂਗਾ। ਸੋ ਬੇਸਿਕਲੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਨੇ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਉਣਾ ਜਾਂ ਇਨਵੈਸਟ ਕਰਨਾ, ਤਾਂ ਆਪਣਾ ਹੋਰੋਸਕੋਪ ਕਿਸੇ ਵਧੀਆ ਐਸਟ੍ਰੋਲੋਜਰ ਕੋਲ ਜਾ ਕੇ ਦਿਖਾਵੇ ਤੇ ਉਹਨੂੰ ਪੁੱਛੇ ਕਿ ਕਿੱਥੇ ਉਹਦਾ ਫਾਇਦਾ ਹੈ ਤੇ ਕਿੱਥੇ ਉਹਦਾ ਘਾਟਾ ਹੈ, ਕਿ ਕਿਹਨੇ ਉਹਨੂੰ ਇਨਵੈਸਟ ਕਰੇ, ਤੇ ਇਹ ਸਭ ਗੱਲਾਂ ਦੇਖ ਕੇ ਹੀ ਇਨਵੈਸਟਮੈਂਟ ਕੀਤੀ ਜਾਵੇ। ਦੂਜੀ ਗੱਲ ਸਤਿੰਦਰ ਜੀ, ਜੇ ਕਿਸੇ ਦੇ ਕੋਈ ਗ੍ਰਹਿ ਵੀਕ ਨੇ ਜਾਂ ਮਤਲਬ ਨਹੀਂ ਬਣ ਰਿਹਾ ਉਹਦਾ ਹਿਸਾਬ ਕਿਤਾਬ, ਤੇ ਉਹਦੀ ਰੈਮੀਡੀਜ਼
ਬਿਲਕੁਲ ਇਹਦੀਆਂ ਰੈਮੇਡੀਜ਼ ਹੁੰਦੀਆਂ ਨੇ। ਇਹਦੇ ਵਿੱਚ ਸੇਮ ਦੇਖਿਆ ਜਾਂਦਾ ਕਿ ਪਲੈਨਟ ਅਸਲ 'ਚ ਵੀਕ ਹੈ। ਦੇਖੋ ਇਹਦੀ ਵੀਕਨੈਸ ਤੇ ਵੀ ਨਾ ਡਿਪੈਂਡ ਕਰਦਾ। ਕਈ ਵਾਰੀ ਹੁੰਦਾ ਜਿੱਦਾਂ ਮਰਕਰੀ ਹੈਗਾ, ਮਰਕਰੀ ਕੰਬਸਟ ਹੋਇਆ ਸਨ ਦੇ ਟੂ ਮਚ ਕਲੋਜ਼ ਹੈਗਾ। ਕਈ ਵਾਰੀ ਹੁੰਦਾ ਕੰਜੰਕਸ਼ਨ 'ਚ ਰੋਂਗ ਪਲੈਨਟ ਬੈਠੇ ਨੇ, ਜਾਂ ਰਾਹੂ ਦੀ ਕੰਜੰਕਸ਼ਨ ਦੇ ਵਿੱਚ ਸ਼ੁਭ ਗ੍ਰਹਿ ਜ਼ਿਆਦਾ ਬੈਠੇ ਹੈਗੇ ਆ। ਸੋ ਇਹਨਾਂ ਦੀ ਫਿਰ ਰੈਮੇਡੀਜ਼ ਉਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਇਹਨਾਂ ਪਹਿਲੇ ਬੇਸਿਕਲੀ ਇਹ ਤਿੰਨਾਂ ਗ੍ਰਹਿਾਂ ਨੂੰ ਸਟਰੋਂਗ ਕੀਤਾ ਜਾਂਦਾ, ਕਿਉਂਕਿ ਜਦ ਤੱਕ ਇਹ ਤਿੰਨ ਗ੍ਰਹਿ ਨਹੀਂ ਸਟਰੋਂਗ ਰਹਿਣਗੇ, ਰਾਹੂ ਮਰਕਰੀ ਜੁਪੀਟਰ, ਫਾਇਦਾ ਨਹੀਂ ਹੋਣ ਲੱਗਿਆ। ਸੋ ਇਹਨਾਂ ਦੀ ਰੈਮੇਡੀਜ਼ ਕਰਕੇ ਬੇਸਿਕਲੀ ਫੋਰਸਫੁਲੀ ਇਹਨਾਂ ਨੂੰ ਐਕਟੀਵੇਟ ਕੀਤਾ ਜਾਂਦਾ ਕਿ ਜ਼ਿਆਦਾ ਹੋਰ ਬਲੀ ਹੋ ਕੇ ਰਿਜ਼ਲਟ ਦੇਣ। ਤੇ ਕਈ ਵਾਰੀ ਇਹ ਵੀ ਹੁੰਦਾ ਵਾ ਕਿਸੇ ਦੀ ਦਸ਼ਾ ਨਹੀਂ ਚੰਗੀ ਚੱਲ ਰਹੀ ਹੁੰਦੀ, ਜਿਹਨੂੰ ਕਹਿੰਦਾ ਇੱਕ ਟਾਈਮ ਪੀਰੀਅਡ। ਇਹ ਤਾਂ ਜਿਹੜੀ ਰਾਹੂ ਮਰਕਰੀ ਜੁਪੀਟਰ, ਇਹ ਤਾਂ ਬੇਸਿਕਲੀ ਇਹਨੂੰ ਕਹਿੰਦਾ ਬਰਥ ਦੇ ਹੋਰੋਸਕੋਪ 'ਚ ਦੇਖਣੇ ਆ। ਇੱਕ ਹੁੰਦੀ ਹੈ ਦਸ਼ਾ ਮੀਨ ਸਾਡਾ ਵਕਤ ਜਿਹੜਾ ਚੱਲਦਾ ਪਿਆ, ਉਹ ਡਿਸਾਈਡ ਕਰਦਾ ਕਿ ਕਿੰਨਾ ਕੁ ਸਾਨੂੰ ਫੇਵਰੇਬਲ ਪੋਜੀਸ਼ਨ ਆ, ਕਿੰਨੀ ਨਹੀਂ ਫੇਵਰੇਬਲ। ਕਈ ਵਾਰੀ ਉਹ ਵੀ ਸਾਡੀ ਨੈਗੇਟਿਵ ਚੱਲਦੀ ਹੁੰਦੀ ਆ। ਫਿਰ ਸਾਨੂੰ ਡਿਸਾਈਡ ਕਰਨਾ ਪੈਂਦਾ ਕਿ ਵੀ ਇਹਨੂੰ ਜਾਪ ਕਰਨਾ ਵਾ, ਇਹਦਾ ਅਸੀਂ ਕਲਰ ਥੈਰੇਪੀ ਕਰ ਸਕਦੇ ਹਾਂ, ਇਹਦੇ ਜੈਮਸਟੋਨਸ ਪਾ ਸਕਦੇ ਹਾਂ, ਕੀ ਕਰ ਸਕਦੇ ਹਾਂ, ਕਿਹਦੇ ਤੋਂ ਸਾਨੂੰ ਮਦਦ ਮਿਲ ਸਕਦੀ ਆ, ਜਾਂ ਕਿੰਨੀ ਰੈਮੇਡੀ ਕਰਨ ਦੀ ਲੋੜ ਆ। ਸਪੋਜ਼ ਇੱਕ ਕਿਸੇ ਦਾ ਜੁਪੀਟਰ ਆਲਰੇਡੀ 15 ਡਿਗਰੀ ਤੇ ਬੈਠਾ ਹੈਗਾ, ਬੜੀ ਸਟਰੋਂਗ ਪੋਜੀਸ਼ਨ ਤੇ, ਐਗਜ਼ਾਲਟਡ ਸਟੇਟ ਤੇ ਆ, ਇਹੋ ਜਿਹੇ ਜੁਪੀਟਰ ਨੂੰ ਛੇੜਨ ਦੀ ਲੋੜ ਨਹੀਂ ਹੈਗੀ, ਕੁਛ ਕਰਨ ਦੀ ਲੋੜ ਨਹੀਂ। ਇਟ ਇਜ਼ ਆਟੋਮੈਟਿਕਲੀ ਉਹ ਬੜਾ ਸਟਰੋਂਗ ਹੈਗਾ ਵਾ। ਸੋ ਡਿਪੈਂਡ ਕਰਦਾ ਕਿ ਅਸੀਂ ਹੋਰੋਸਕੋਪ ਦੇਖ ਕੇ ਦੇਖਾਂਗੇ ਕਿ ਕਿਹੜੀ ਰੈਮੇਡੀ ਦੀ ਲੋੜ ਆ। ਪਰ ਯੈਸ, ਉਹਦੀਆਂ ਰੈਮੇਡੀਜ਼ ਕੀਤੀਆਂ ਜਾ ਸਕਦੀਆਂ ਨੇ। ਜੇ ਕਿਸੇ ਦਾ ਕੋਈ ਵੀਕ ਆ, ਲੈਟਸ ਸੇ ਕਿਸੇ ਦੇ ਤਿੰਨਾਂ ਦੇ ਵਿੱਚੋਂ ਇੱਕ ਗ੍ਰਹਿ ਠੀਕ ਆ, ਦੋ ਗ੍ਰਹਿ ਵੀਕ ਨੇ, ਤਾਂ ਉਹਨਾਂ ਦੋਨਾਂ ਨੂੰ ਪੁਸ਼ ਦਿੱਤਾ ਜਾ ਸਕਦਾ ਤਾਂ ਕਿ ਸਾਡੀ ਇੱਛਾਵਾਂ ਦੀ ਪੂਰਤੀ ਹੋਵੇ ਉਹ ਚੀਜ਼ ਦੇ ਲਈ। ਜਿੱਦਾਂ ਤੁਸੀਂ ਹੁਣ ਦੱਸਿਆ ਕਲਰ ਥੈਰੇਪੀ, ਇਹਦੇ ਵਿੱਚ ਕੀ ਹੋਏਗਾ? ਦੇਖੋ ਕਲਰਸ ਵੀ ਦੇਖੋ, ਜਿੱਦਾਂ 7 ਰੰਗ ਨੇ ਲਾਈਟ ਦੇ, ਕੋਈ ਵੀ ਲਾਈਟ ਹੈਗੀ ਆ। ਸਿਰਫ ਇਹ ਆ ਵੀ ਅਸੀਂ ਜਦੋਂ ਦੇਖਦੇ ਪਏ ਸਾਨੂੰ ਇੱਕ ਰੰਗ ਦੀ ਦਿਖ ਰਹੀ ਹੈ, ਪਰ ਇੱਕ ਰੰਗ ਨਹੀਂ, ਇਹ 7 ਕਲਰ ਨੇ ਅਸਲ 'ਚ ਜਦੋਂ ਪ੍ਰਿਜ਼ਮ ਨਾਲ ਦੇਖਦੇ ਆ। ਸੋ ਕਲਰਸ ਦਾ ਵੀ ਸਾਡੇ ਜੀਵਨ ਤੇ ਪ੍ਰਭਾਵ ਮੰਨਿਆ ਜਾਂਦਾ। ਅਸੀਂ ਆਪਣੇ ਫੇਵਰੇਬਲ, ਕਈਆਂ ਨੂੰ ਹੁੰਦਾ ਰੈੱਡ ਕਲਰ ਬੜਾ ਵਧੀਆ ਲੱਗਦਾ, ਕਈ ਬਲੈਕ ਕਲਰ ਜ਼ਿਆਦਾ ਯੂਜ਼ ਕਰਦੇ, ਕਈ ਵਾਈਟ ਯੂਜ਼ ਕਰਦੇ ਨੇ। ਸੋ ਇਹ ਅਸਲ 'ਚ ਉਹਨਾਂ ਦੀ ਔਰਾ ਸ਼ਕਤੀ ਹੁੰਦੀ ਆ, ਜਿਹੜੀ ਉਹਨਾਂ ਦੇ ਟਿਊਨ-ਇਨ ਜਿਹਨੂੰ ਕਹਿ ਲਓ, ਅਸਲ 'ਚ ਟਿਊਨ-ਇਨ ਹੁੰਦੇ ਨੇ ਬੰਦੇ ਉਸ ਦੇ ਤਰੀਕੇ ਨਾਲ। ਸਾਡਾ ਔਰਾ ਹੈਗਾ ਵਾ, ਸਾਡਾ ਔਰਾ ਉਸ ਤਰੀਕੇ ਨਾਲ ਅਸਲ 'ਚ ਇਫੈਕਟ ਦੇਣਾ ਸ਼ੁਰੂ ਕਰ ਦਿੰਦਾ ਵਾ। ਜਿਹਨੂੰ ਕਹਿੰਦੇ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਕਿ ਸਾਡੇ ਜਦੋਂ ਫੇਵਰੇਬਲ ਕਲਰ ਸਾਡੇ ਨਾਲ ਰਹਿੰਦੇ, ਅਸੀਂ ਕੰਫਰਟੇਬਲ ਜ਼ਿਆਦਾ ਫੀਲ ਕਰਦੇ ਹਾਂ, ਸਾਡੀ ਬਾਡੀ ਕੰਫਰਟੇਬਲ ਰਹਿੰਦੀ ਹੈ, ਦਿਮਾਗ ਉਹਨਾਂ ਜ਼ਿਆਦਾ ਵੱਧ ਕੰਮ ਕਰਦਾ ਵਾ ਉਸ ਬੰਦੇ ਦਾ। ਸੋ ਇਹਨਾਂ ਦੇ ਪਲੈਨਟਸ ਦੇ ਅਕੋਰਡਿੰਗਲੀ ਅਸੀਂ ਚੈੱਕ ਕਰਦੇ ਹਾਂ। ਕਿਸੇ ਦਾ ਲੈਟਸ ਸੇ ਮੂਨ ਬੜਾ ਸਟਰੋਂਗ ਆ, ਉਹਨੂੰ ਵਾਈਟ ਕਲਰ ਜ਼ਿਆਦਾ ਪਾਉਣਾ ਚਾਹੀਦਾ। ਕਿਸੇ ਦਾ ਮਰਕਰੀ ਸਟਰੋਂਗ ਆ, ਗ੍ਰੀਨ ਕਲਰ ਜ਼ਿਆਦਾ ਯੂਜ਼ ਕਰਨਾ ਚਾਹੀਦਾ ਤਾਂ ਕਿ ਉਸ ਗ੍ਰਹਿ ਦੀਆਂ ਰੇਜ਼ਸ ਜ਼ਿਆਦਾ ਮਿਲਣ ਬਾਡੀ ਨੂੰ, ਤਾਂ ਕਿ ਉਹ ਸਾਡਾ ਫਾਇਦਾ ਕਰੇ। ਕਈ ਵਾਰੀ ਕੀ ਹੁੰਦਾ ਵਾ, ਅਸੀਂ ਸਾਡੇ ਫੇਵਰੇਬਲ ਕਲਰਸ ਨਹੀਂ ਹੁੰਦੇ ਹੈਗੇ। ਗ੍ਰੇ ਪਾਇਆ ਹੁੰਦਾ, ਕੇਤੂ ਪਹਿਲਾਂ ਹੀ ਨੈਗੇਟਿਵ ਕਰਦਾ ਹੁੰਦਾ, 8ਵੇਂ ਘਰ 'ਚ ਬੈਠਾ ਹੁੰਦਾ, 12ਵੇਂ 'ਚ ਬੈਠਾ ਹੁੰਦਾ, ਉਹ ਪਹਿਲਾਂ ਹੀ ਫੇਰ ਗ੍ਰੇ ਕਲਰ ਪਾਈ ਜਾਂਦੇ ਆ, ਫੇਰ ਕਹਿੰਦੇ ਸਾਡਾ ਨੁਕਸਾਨ ਹੋ ਰਿਹਾ। ਉਹ ਦੇਖਣਾ ਸਿਰਫ ਇਹ ਆ ਵੀ ਸਾਡੇ ਲਈ ਫੇਵਰੇਬਲ ਪੋਜੀਸ਼ਨ ਕਿਹੜੀ ਆ। ਵੀਨਸ ਬੜਾ ਵਧੀਆ ਹੈਗਾ ਵਾ, ਬੜੇ ਵਧੀਆ ਕਲਰ ਨੇ ਜਿਹੜੇ ਬ੍ਰਾਈਟ ਸ਼ੇਡਸ, ਉਹ ਪਾਉਣੇ ਚਾਹੀਦੇ ਆ। ਦੈਨ ਇਟ ਵਿਲ ਸਟਾਰਟ ਗਿਵਿੰਗ ਪੋਜ਼ਿਟਿਵਸ। ਦੁਨੀਆ ਦੀ ਕੋਈ ਵੀ ਚੀਜ਼ ਹੈਗੀ ਆ, ਹਰੇਕ ਚੀਜ਼ 'ਚ ਗ੍ਰਹਿਾਂ ਦਾ ਇੱਕ ਤਰੀਕੇ ਦਾ ਅਸਤਿਤਵ ਮੰਨਿਆ ਜਾਂਦਾ ਕਿ ਉਹ ਕਿਸ ਤਰੀਕੇ ਦਾ ਰਿਜ਼ਲਟ ਦੇਣਗੇ। ਸਪੋਜ਼ ਆ ਸਟੂਡੀ ਹੁਣ ਬੜਾ ਸੋਹਣਾ ਹੈਗਾ, ਇਹਨੂੰ ਕਹਾਂਗੇ ਕਿ ਵੀਨਸ ਦਾ ਰਿਜ਼ਲਟ ਪੋਜ਼ਿਟਿਵ ਹੈਗਾ ਵਾ। ਇਹੀ ਸਟੂਡੀ ਨੂੰ ਆਪਾਂ ਤੋੜ ਭੰਨਦੇ ਹੀ ਆਪਾਂ ਕਹਾਂਗੇ ਸ਼ਨੀ ਦਾ ਰਿਜ਼ਲਟ ਆ ਗਿਆ, ਰਾਹੂ ਦਾ ਰਿਜ਼ਲਟ ਆ ਗਿਆ। ਹਰੇਕ ਚੀਜ਼ ਦਾ ਇੱਕ ਊਰਜਾ ਸ਼ਕਤੀ ਆ, ਔਰਾ ਸ਼ਕਤੀ ਆ, ਹਰੇਕ ਦੇ ਵਿੱਚ ਕੋ ਕਿਸ ਤਰੀਕੇ ਦੀ ਵਾਈਬ੍ਰੇਸ਼ਨ ਦੇ ਰਹੀ ਆ। ਜਿੱਦਾਂ ਦੀ ਵਾਈਬ੍ਰੇਸ਼ਨ ਦੇ ਰਹੀ ਆ, ਉਦਾਂ ਦੀ ਅਸੀਂ ਪਰਸੀਵ ਕਰਾਂਗੇ, ਉਦਾਂ ਦੇ ਅਸੀਂ ਰਿਜ਼ਲਟ ਦੀ ਆਊਟਕਮ ਦੇਖਾਂਗੇ। ਸੋ ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ। ਤੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਜਿਵੇਂ ਇੱਕ ਤਾਂ ਇੰਡੀਵਿਜੂਅਲ ਹੋਰੋਸਕੋਪ ਹੋ ਗਿਆ, ਇੱਕ ਮਤਲਬ ਜਨਰਲ ਟਾਈਪ ਹੋਰੋਸਕੋਪ ਵੀ ਆਪਾਂ ਕਹਿ ਦਿੰਦੇ ਹਾਂ ਕਿ ਇਹ ਫੇਵਰੇਬਲ ਬੰਦਾ ਲਾ ਲਵੇ, ਕੋਈ ਗੱਲ ਨਹੀਂ, ਦੇਖੀ ਜਾਏ। ਨਹੀਂ, ਉਹ ਚੀਜ਼ ਨਹੀਂ ਹੁੰਦੀ। ਉਹਦਾ ਸਿਰਫ ਇੱਕ ਹੈਗਾ ਮੈਥਡ, ਉਹਨੂੰ ਕਹਿੰਦੇ ਨਿਊਮਰੋਲੋਜੀ। ਜਿਹਦੇ ਕੋਲੇ ਲੈਟਸ ਸੇ ਜਿਹਨੇ ਹੋਰੋਸਕੋਪ ਦੇ ਪਲੈਨਟ ਵੀ ਨਹੀਂ ਦੇਖੇ ਹੈਗੇ, ਕੁਝ ਵੀ ਨਹੀਂ ਦੇਖਿਆ ਹੈਗਾ, ਉਹ ਨਿਊਮਰੋਲੋਜੀਕਲੀ ਅਸੀਂ ਉਸ ਚੀਜ਼ ਨੂੰ ਦੇਖ ਸਕਦੇ ਹਾਂ ਕਿ ਸਾਡੇ ਲਈ ਸਪੋਜ਼ ਕਿਸੇ ਦਾ ਬਰਥ 9th ਨੂੰ ਹੋਇਆ ਹੈਗਾ ਵਾ, ਉਸ ਬੰਦੇ ਦੇ ਲਈ ਸਨ ਆਟੋਮੈਟਿਕਲੀ ਪੋਜ਼ਿਟਿਵ ਹੈਗਾ, ਮੂਨ ਆਟੋਮੈਟਿਕਲੀ ਪੋਜ਼ਿਟਿਵ ਹੈਗਾ, ਮਾਰਸ ਆਟੋਮੈਟਿਕਲੀ ਪੋਜ਼ਿਟਿਵ ਹੈਗਾ, ਕਿਉਂਕਿ ਸਨ ਦੇ ਇਹ ਫਰੈਂਡਲੀ ਪਲੈਨਟਸ ਹੈਗੇ ਆ। ਸੋ ਅਸੀਂ ਨਿਊਮਰੋਲੋਜੀਕਲੀ ਡੇਜ਼ ਕੱਢ ਸਕਦੇ ਹਾਂ ਕਿ ਆਹ ਦਿਨ ਸਾਡੇ ਲਈ ਜ਼ਿਆਦਾ ਫੇਵਰੇਬਲ ਰਹੂਗਾ, ਜਾਂ ਆਹ ਗ੍ਰਹਿ ਸਾਡੇ ਲਈ ਜ਼ਿਆਦਾ ਫੇਵਰ ਲੈਣਗੇ। ਪਰ ਜੇ ਸਾਡੇ ਕੋਲ ਹੋਰੋਸਕੋਪ ਆ, ਉਹਦੇ ਨਾਲ ਅਸੀਂ ਪੂਰੀ ਡੈਪਥ 'ਚ ਦੇ ਸਕਦੇ ਹਾਂ ਕਿ ਅਸਲ 'ਚ ਬਿਮਾਰੀ ਦਾ ਕਾਰਨ ਕੌਣ ਆ, ਜੇ ਸਾਨੂੰ ਨੁਕਸਾਨ ਹੋ ਰਿਹਾ ਕਿਹੜਾ ਗ੍ਰਹਿ ਆਪਾਂ ਪਿੰਨ ਪੁਆਇੰਟ ਕਰ ਸਕਦੇ ਹਾਂ। ਜੇ ਆਪਾਂ ਕਹਿ ਲਓ ਕੁਝ ਵੀ ਨਹੀਂ ਹੈਗਾ, ਫਿਰ ਆਪਾਂ ਕਹਿ ਲਓ ਵੱਡੇ ਲੈਵਲ ਦੇ ਉੱਤੇ ਜਾ ਕੇ ਮਤਲਬ ਉਸ ਚੀਜ਼ ਨੂੰ ਦੇਖ ਸਕਦੇ ਹਾਂ ਕਿ ਕਿਹੜੀ ਚੀਜ਼ਾਂ ਸਾਡੇ ਲਈ ਜ਼ਿਆਦਾ ਫੇਵਰੇਬਲ ਹੈਗੀਆਂ ਨੇ। ਸੋ ਇੱਕ ਇਹ ਮੈਂ ਪੁੱਛੂੰਗਾ ਕਿ ਇੱਕ ਇੰਡੀਵਿਜੂਅਲ ਵਾਸਤੇ ਇਹ ਵੀ ਡਿਪੈਂਡ ਕਰਦਾ ਕਿ ਕਿਹੜੇ ਦਿਨ ਉਹ ਕਿਹੜੀ ਚੀਜ਼ ਖਰੀਦੇ, ਜਾਂ ਕਦੋਂ
ਸਟਾਕ ਮਾਰਕੀਟ 'ਚ ਜਾਵੇ? ਬਿਲਕੁਲ ਜਾਣਾ ਹੀ, ਉਹਨੂੰ ਉਸ ਬੰਦੇ ਨੂੰ ਆਪਣੇ ਫੇਵਰੇਬਲ ਡੇਜ਼ ਤੇ ਜਾਣਾ ਚਾਹੀਦਾ ਹੈਗਾ ਵਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਹੁਣ ਮਰਕਰੀ ਤੇ ਜੁਪੀਟਰ ਹੈਗਾ ਵਾ, ਬੁੱਧਵਾਰ ਤੇ ਵੀਰਵਾਰ ਜਿਹੜਾ ਦਿਨ ਹੈਗਾ ਵਾ, ਜਾਂ ਉਹਨਾਂ ਦੇ ਹੋਰੋਸਕੋਪ 'ਚ ਪਲੈਨਟ ਦੇਖਣਾ ਪੈਂਦਾ ਵਾ। ਹੋ ਸਕਦਾ ਮੂਨ ਬੜਾ ਸਟਰੋਂਗ ਪੋਜੀਸ਼ਨ ਤੇ, ਫਿਰ ਸੋਮਵਾਰ ਦਾ ਦਿਨ ਵੀ ਬੜਾ ਵਧੀਆ ਰਹੂ। ਸੋ ਡਿਪੈਂਡ ਕਰਦਾ ਕਿਹੜਾ ਹੋਰੋਸਕੋਪ 'ਚ ਜ਼ਿਆਦਾ ਪ੍ਰੋਮੀਨੈਂਟਲੀ ਪਲੈਨਟ ਰਿਜ਼ਲਟ ਦੇ ਰਿਹਾ, ਅਸੀਂ ਉਸ ਡੇ ਤੇ ਜਾਣਾ ਹੈਗਾ ਵਾ। ਉਸ ਡੇ ਤੇ ਕਰਾਂਗੇ ਤਾਂ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲੂਗਾ। ਇਹਦੇ ਇੱਕ ਇਹ ਵੀ ਚੀਜ਼ ਹੁੰਦੀ ਹੈ, ਜੇ ਹੋਰ ਜ਼ਿਆਦਾ ਮਾਈਕਰੋ ਲੈਵਲ ਤੇ ਜਾਣਾ ਹੈਗਾ, ਮਤਲਬ ਜੇ ਕਿਸੇ ਨੇ ਮਤਲਬ ਹੋਰ ਜ਼ਿਆਦਾ ਘੋਲ ਕਰਨੀ ਹੈ ਇਹਦੀ, ਇਹ ਵੀ ਹੋ ਸਕਦਾ ਕਿ ਅਸੀਂ ਘਰ ਦੇ ਵਿੱਚ ਕਿਹੜੀ ਜਗ੍ਹਾ ਤੇ ਜਾ ਕੇ ਬੈਠ ਕੇ ਕਰਨੀ ਹੈਗੀ ਆ, ਕਿਉਂਕਿ ਇੱਥੇ ਵਾਸਤੂ ਸ਼ਾਸਤਰ ਦਾ ਪ੍ਰਭਾਵ ਮੰਨਿਆ ਜਾਂਦਾ। ਵਾਸਤੂ ਮੀਨਸ ਸਾਡੇ ਜਿਹੜੀ ਪਲੇਸਮੈਂਟ ਹੈਗੀ ਆ। ਦੇਖੋ ਕਮਰੇ ਦੇ ਵਿੱਚ ਜਾਂ ਘਰ ਦੇ ਵਿੱਚ ਹਰੇਕ ਕਮਰੇ 'ਚ ਤੁਸੀਂ ਕੋਈ ਵੀ ਕਰਕੇ ਦੇਖ ਸਕਦਾ ਇਹ ਚੀਜ਼ ਨੂੰ। ਸਾਰੇ ਜਣੇ ਇੱਕ ਦਿਨ ਸੌਂ ਕੇ ਦੇਖ ਲਓ ਜਾ ਕੇ, ਤੁਹਾਨੂੰ ਹਰੇਕ ਕਮਰੇ ਦੀ ਵਾਈਬ੍ਰੇਸ਼ਨ ਅੱਡ ਦਿਖੂਗੀ। ਆਪਾਂ ਰਸੋਈ 'ਚ ਜਾਂਦੇ ਹਾਂ, ਸਾਨੂੰ ਡਿਫਰੈਂਟ ਤਰੀਕੇ ਦੀ ਵਾਈਬ੍ਰੇਸ਼ਨ ਫੀਲ ਕਰਦੇ ਹਾਂ। ਬਾਥਰੂਮ 'ਚ ਡਿਫਰੈਂਟ ਤਰੀਕੇ ਦੀ ਆ, ਕਿਸੇ ਇੱਕ ਬੈਡਰੂਮ 'ਚ ਜਾਂਦੇ ਹਾਂ ਡਿਫਰੈਂਟ ਤਰੀਕੇ ਦੀ ਆ, ਕਿਉਂਕਿ ਇਹ ਹਰੇਕ ਡਾਇਰੈਕਸ਼ਨਸ ਦੇ ਉੱਤੇ ਖਾਸ ਗ੍ਰਹਿਾਂ ਦਾ ਪ੍ਰਭਾਵ ਹੁੰਦਾ ਅਕੋਰਡਿੰਗ ਟੂ ਯੂਰ ਪਲੈਨਟਸ। ਕਿੰਨੇ ਪੋਜ਼ਿਟਿਵ ਨੇ। ਹੁਣ ਜਿਨ੍ਹਾਂ ਦਾ ਰਾਹੂ ਜਿੱਦਾਂ 10ਵੇਂ ਘਰ ਦਾ ਕਿਸੇ ਦਾ ਰਾਹੂ ਹੈਗਾ, 11ਵੇਂ ਘਰ ਦਾ ਕਿਸੇ ਦਾ ਰਾਹੂ, ਇਹੋ ਜਿਹਾ ਬੰਦਾ ਸਾਊਥ ਵੈਸਟ ਕਾਰਨਰ ਤੇ ਜਾ ਕੇ ਆਪਦੀ ਟ੍ਰੇਡਿੰਗ ਕਰੂਗਾ, ਬੈਸਟ ਹੋ ਜੀ, ਉਹਨੂੰ ਹਿਲਾ ਨਹੀਂ ਸਕਦਾ ਕੋਈ, ਕਿਉਂਕਿ ਉਸ ਟਾਈਮ ਰਾਹੂ ਦਾ ਪੂਰਾ ਪੋਜ਼ਿਟਿਵ ਰਿਜ਼ਲਟ ਹੋਣਾ ਉਸ ਟਾਈਮ, ਉਹ ਮਤਲਬ ਡਬਲ ਦਾ ਅਮਾਊਂਟ ਆਫ ਰਿਜ਼ਲਟ ਮਿਲੂ। ਕਿਸੇ ਦਾ ਜੁਪੀਟਰ ਬਹੁਤ ਵਧੀਆ ਹੈਗਾ ਵਾ, ਈਸਟ ਡਾਇਰੈਕਸ਼ਨ ਤੇ ਨਾਰਥ ਈਸਟ ਡਾਇਰੈਕਸ਼ਨ 'ਚ ਜਾ ਕੇ ਕਰੇ, ਉਹਨੂੰ ਓਨਾ ਪੋਜ਼ਿਟਿਵ ਰਿਜ਼ਲਟ ਮਿਲੂਗਾ। ਸੋ ਇਸ ਲੈਵਲ ਤੇ ਵੀ ਆਪਾਂ ਜਾ ਸਕਦੇ, ਮਤਲਬ ਇਹਨੂੰ ਜਿੰਨੀ ਮਾਈਕਰੋ ਲੈਵਲ ਤੇ ਚਾਹੁੰਦੇ ਉਨੀ ਮਾਈਕਰੋ ਲੈਵਲ ਤੇ ਲੈ ਕੇ ਜਾ ਕੇ ਆਪਾਂ ਦੇਖ ਸਕਦੇ ਹਾਂ ਕਿਹੜੀਆਂ ਚੀਜ਼ਾਂ ਅਸੀਂ ਕਰੀਏ ਸਾਨੂੰ ਮੋਰ ਪ੍ਰੋਫਿਟੇਬਲ। ਕਿਉਂਕਿ ਜਿੱਦਾਂ ਮੈਂ ਦੱਸਿਆ ਨਾ 95% ਬੰਦੇ ਫੇਲ ਹੋ ਰਹੇ ਹੈਗੇ ਆ। ਹੁਣ 5% ਬਣਨ ਲਈ ਕੁਛ 5% ਵਾਂਗੂ ਕੁਛ ਡਿਫਰੈਂਟ ਕਰਨਾ ਵੀ ਪੈਣਾ ਸਾਨੂੰ। ਮਤਲਬ ਜੇ ਅਸੀਂ ਦੂਸਰੇ ਨਾਲੋਂ ਵੱਖਰੇ ਹੋਵਾਂਗੇ ਤਾਂ ਹੀ ਸਾਨੂੰ ਕੁਝ ਮਿਲਣਾ। ਜੋ ਦੂਜੇ ਕਰਦੇ ਨੇ ਉਹ ਵੀ ਅਸੀਂ ਕਰੀ ਜਾਵਾਂਗੇ, ਅਸੀਂ ਵੀ 95 ਦੇ ਵਿੱਚ ਹੀ ਹੋਣਾ ਵਾ। ਅਸੀਂ ਕੁਝ ਡਿਫਰੈਂਟ ਕਰਾਂਗੇ, ਅਸੀਂ ਆਪਣੇ ਹੋਰੋਸਕੋਪ ਦੇ ਪਲੈਨਟਸ ਨੂੰ ਦੇਖਾਂਗੇ ਕਿਹੜੇ ਚੰਗੇ ਨੇ, ਕਿਉਂਕਿ ਬਾਕੀ ਨਹੀਂ ਕਰ ਰਹੇ। ਜੇ ਅਸੀਂ ਕਰਾਂਗੇ ਸਾਡੇ ਕੋਲ ਇੱਕ ਐਡਵਾਂਟੇਜ ਆ ਜਾਊਗੀ ਕਿ ਅਸੀਂ ਉਸ ਫੇਵਰੇਬਲ ਡੇਜ਼ ਤੇ ਕਰ ਰਹੇ ਹਾਂ ਜਾਂ ਉਹ ਚੀਜ਼ਾਂ ਨੂੰ ਕਰ ਰਹੇ ਹਾਂ ਜਿਹੜਾ ਸਾਨੂੰ ਸਪੋਰਟ ਕਰ ਰਹੀਆਂ ਨੇ। ਫਿਰ ਜਿਹੜੀ ਅਸੀਂ ਟ੍ਰੇਡ ਲਵਾਂਗੇ ਜਾਂ ਜਿਹੜੀ ਇਨਵੈਸਟਮੈਂਟ ਕਰਾਂਗੇ ਸਾਨੂੰ ਪੋਜ਼ਿਟਿਵਲੀ ਆਊਟਕਮ ਮਿਲੂਗੀ ਉਸ ਚੀਜ਼ ਦੀ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਭੇਡ ਚਾਲ 'ਚ ਨਾ ਚੱਲੀਏ ਤੇ ਇੱਕ ਆਪਣਾ ਅਲੱਗ ਤੋਂ ਹੋਰੋਸਕੋਪ ਦਿਖਾਈਏ ਤੇ ਆਪਣੇ ਫਿਊਚਰ ਨੂੰ ਹੋਰੋਸਕੋਪ ਦੇ ਮੁਤਾਬਿਕ ਲੈ ਕੇ ਚੱਲੀਏ। ਦੇਖੋ ਬਿਲਕੁਲ ਇਹ ਭੇਡ ਚਾਲ 'ਚ ਵੀ ਕਦੇ ਕੋਈ ਲੀਡਰ ਬਣਿਆ ਵਾ, ਕੋਈ ਨਹੀਂ ਬਣਿਆ। ਲੀਡਰ ਤਾਂ ਉਹੀ ਹੁੰਦਾ ਜਿਹੜਾ ਇਕੱਲਾ ਹੀ ਮੂਹਰੇ ਤੁਰਿਆ ਫਿਰਦਾ ਹੁੰਦਾ। ਇਹ ਤੁਹਾਨੂੰ ਓਨ ਡਿਸੀਜਨ ਲੈਣਾ ਪੈਣਾ ਵਾ ਕਿ ਤੁਸੀਂ ਪ੍ਰੋਫਿਟ ਚਾਹੁੰਦੇ ਹੋ ਕਿ ਲਾਸਸ, ਉਹੀ ਜਿਹੜਾ ਕੋਈ ਚੱਲਦਾ ਪਿਆ। ਕਿਉਂਕਿ ਲਾਸਸ ਤਾਂ ਪਹਿਲਾਂ ਵੀ ਬਥੇਰੇ ਲੈ ਚੁੱਕੇ ਨੇ, ਬਥੇਰੇ ਅੱਜ ਵੀ ਲਏ ਹੋਣੇ ਲੋਕਾਂ ਨੇ। ਮਤਲਬ ਇਹ ਤਾਂ ਚੱਲੀ ਜਾਂਦਾ, ਇਟਸ ਅ ਪ੍ਰੋਸੈਸ। ਉਹ ਤਾਂ ਮਤਲਬ ਲਈ ਜਾਂਦੇ, ਉਹਦਾ ਫਾਇਦਾ ਕੋਈ ਨਹੀਂ ਹੈਗਾ। ਤੁਸੀਂ ਡਿਫਰੈਂਟ ਕੀ ਕਰਦੇ ਪਏ ਹੋ, ਉਸ ਨੂੰ ਕਰੈਕਟ ਕਰਨ ਦੇ ਲਈ ਕੀ ਕਰ ਰਹੇ ਹੋ। ਦੇਖੋ ਚਾਰਟ ਵੀ ਜਿਹੜੇ ਨੇ ਜਾਂ ਜਿਹੜੇ ਟੈਕਨੀਕਲ ਐਨਾਲਿਸਿਸ ਆ ਸਾਰੀ ਦੁਨੀਆ ਨੇ ਪੜ੍ਹਿਆ ਹੋਇਆ ਵਾ। ਮਤਲਬ ਇਹਦੇ 'ਚ ਕਿਸੇ ਨੂੰ ਕੋਈ ਕਰਨ ਦੀ ਲੋੜ ਨਹੀਂ ਕਿ ਅਸੀਂ ਵੱਧ ਪੜ੍ਹਿਆ ਦੂਜੇ ਨੇ ਘੱਟ ਪੜ੍ਹਿਆ। ਸਾਰੀ ਦੁਨੀਆ ਸਿਆਣੀ ਹੈ ਕਿ ਸਾਰਿਆਂ ਨੇ ਪੜ੍ਹਿਆ, ਪਰ ਫਿਰ ਵੀ ਸਕਸੈਸ ਰੇਟ ਸਿਰਫ 5% ਹੈਗੀ ਆ। ਸਾਰੇ 95% ਲਾਸ ਹੋ ਕੇ ਆਉਂਦੇ ਨੇ। ਉਹ ਇਸੇ ਲਈ ਆ ਕਿ ਜਦ ਤੱਕ ਸਾਨੂੰ ਗ੍ਰਹਿਾਂ ਦੀ ਸਪੋਰਟ ਨਹੀਂ ਹੈਗੀ, ਸਪੈਸ਼ਲੀ ਰਾਹੂ ਜਦੋਂ ਤੱਕ ਬਲੀ ਨਹੀਂ, ਕਿਉਂਕਿ ਰਾਹੂ 5% ਬੰਦਿਆਂ ਦੀ ਚੰਗਾ ਹੁੰਦਾ ਵਾ, 95 ਲਈ ਮਾੜਾ ਹੀ ਹੁੰਦਾ। ਉਹ 5% ਦੀ ਜਿਹੜੀ ਕੈਟਾਗਰੀ ਆ ਨਾ, ਉਹਦੇ 'ਚ ਆਉਣ ਲਈ ਸਾਨੂੰ ਹੋਰੋਸਕੋਪ ਦਿਖਾਉਣਾ ਪੈਣਾ ਵਾ ਕਿ ਸਾਡੇ ਲਈ ਕਿਹੜੀਆਂ ਚੀਜ਼ਾਂ ਪ੍ਰੋਫਿਟੇਬਲ ਨੇ। ਦੇਖੋ ਜੇ ਹਜ਼ਾਰਾਂ ਲੱਖਾਂ ਡਾਲਰ ਅਸਲ 'ਚ ਲਾਸ 'ਚ ਲੈ ਸਕਦੇ ਹੋ, ਵਾਈ ਨਾਟ ਇਹਦੀਆਂ ਅਸਲ 'ਚ ਕੁਛ ਦੀ ਰੈਮੇਡੀ ਕਰ ਲਓ ਤਾਂ ਕਿ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲ ਜੇ, ਤਾਂ ਉਹਦਾ ਵਧੀਆ ਰਿਜ਼ਲਟ ਮਿਲੂਗਾ। ਠੀਕ ਹੈ ਜੀ। ਤੇ ਇੱਕ ਜਿੱਦਾਂ ਆਪਾਂ ਰਾਹੂ ਦੀ ਗੱਲ ਕਰ ਰਹੇ, ਜਰਨਲ ਦੇ ਵਿੱਚ ਰਾਹੂ ਨੂੰ ਸਟਰੋਂਗ ਕਰਨ ਵਾਸਤੇ ਕੀ ਕਰਨਾ ਚਾਹੀਦਾ? ਦੇਖੋ ਡਿਫਰੈਂਟ ਨੇ। ਕਈ ਵਾਰੀ ਦਾਨ ਕੀਤਾ ਜਾਂਦਾ ਹੈਗਾ, ਜਾਂ ਕਈ ਵਾਰੀ ਕੋੜੀਆਂ ਨੂੰ ਦਾਨ ਕਰਦੇ ਆ, ਗਰੀਬਾਂ ਨੂੰ ਦਾਨ ਕਰਦੇ ਆ, ਜਿਹੜੇ ਹੋਮਲੈਸ ਨੇ ਉਹਨਾਂ ਨੂੰ ਵੀ ਦਾਨ ਕੀਤਾ ਜਾਂਦਾ ਵਾ, ਜਾਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ, ਉੜਦ ਦੀ ਦਾਲ ਹੈਗਾ ਉਹਦਾ ਵੀ ਦਾਨ ਕੀਤਾ ਜਾਂਦਾ ਹੈ। ਕਲਰ ਨੂੰ ਬਲੈਕ ਬਰਾਊਨ ਸ਼ੇਡ ਨੂੰ ਪਾਇਆ ਜਾਂਦਾ, ਬਲੂ ਸ਼ੇਡ ਨੂੰ ਪਾਇਆ ਜਾਂਦਾ। ਜ਼ਿਆਦਾ ਜੈਮਸਟੋਨ ਹੈਗਾ ਇਹਦਾ ਗੁਮੇਦ ਉਹ ਪਾਇਆ ਜਾਂਦਾ ਵਾ, ਜਾਂ ਜਿਹੜੀ ਲਾਈਟ ਆ ਲਾਈਟ ਦਾ ਲਿਆ ਜਾਂਦਾ ਵਾ, ਜਾਂ ਜਿਹੜੇ ਕੱਪੜੇ ਨੇ ਉਸ ਰੰਗ ਦੇ ਕੱਪੜੇ ਪਾਈਦੇ ਹੈਗੇ ਆ ਕਿ ਉਹਨਾਂ ਨਾਲ ਪ੍ਰਭਾਵ ਪੈਂਦਾ ਵਾ। ਸੋ ਇਹ ਡਿਫਰੈਂਟ ਲੈਵਲ ਦੀਆਂ ਰੈਮੇਡੀਜ਼ ਨੇ ਕਿ ਇਹ ਡਿਪੈਂਡ ਕਰਦਾ ਸਾਨੂੰ ਕਿਹੜੀ ਕਿਸੇ ਪਾਰਟੀਕੂਲਰ ਨੂੰ ਕਿਹੜੀ ਸੂਟੇਬਲ ਰਹਿਣੀ ਆ। ਮਤਲਬ ਕਈ ਵਾਰੀ ਹੁੰਦਾ ਵਾ ਰਾਹੂ ਨੂੰ ਸਿਰਫ ਦਾਨ ਨਾਲ ਸ਼ਾਂਤ ਕਰਨਾ, ਕਈ ਵਾਰੀ ਹੁੰਦਾ ਜੈਮਸਟੋਨਾਂ ਨੂੰ ਠੀਕ ਕਰਨਾ ਹੈਗਾ ਵਾ। ਸੋ ਡਿਪੈਂਡ ਕਰਦਾ ਪਰਸਨ ਟੂ ਪਰਸਨ ਕਿ ਇਹਨੂੰ ਕਿਹੜੀ ਸੂਟੇਬਲ ਚੀਜ਼ ਰਹਿਣੀ ਆ। ਸੋ ਅੱਜ ਅਸੀਂ ਗੱਲਬਾਤ ਕੀਤੀ ਸਟਾਕ ਮਾਰਕੀਟ ਬਾਰੇ ਕਿ ਕਿਹਨੂੰ ਕਦੋਂ ਇਨਵੈਸਟ ਕਰਨਾ ਚਾਹੀਦਾ, ਕਦੋਂ ਨਹੀਂ ਕਰਨਾ ਚਾਹੀਦਾ ਤੇ ਕਿਹੜੇ ਗ੍ਰਹਿ ਉਹਦੇ ਵਿੱਚ ਹੈਲਪਫੁਲ ਨੇ। ਸੋ ਜੇ ਤੁਸੀਂ ਵੀ ਹੋਰ ਕੁਝ ਪਤਾ ਕਰਨਾ ਚਾਹੁੰਦੇ ਹੋ ਆਪਣੇ
ਗ੍ਰਹਿਾਂ ਬਾਰੇ ਤਾਂ ਸਤਿੰਦਰ ਜੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਹਨਾਂ ਦਾ ਨੰਬਰ ਥੱਲੇ ਸਕਰੀਨ ਦੇ ਉੱਤੇ ਚੱਲ ਰਿਹਾ ਹੈ। ਸੋ ਇਹ ਸੀਗੇ ਸਤਿੰਦਰ ਜੀ। ਅਗਲੀ ਵਾਰ ਪੇਸ਼ ਹੋਵਾਂਗੇ ਇੱਕ ਹੋਰ ਨਵੀਂ ਚੀਜ਼ ਨੂੰ ਲੈ ਕੇ ਜਿਹੜੀ ਕਿ ਤੁਹਾਡੇ ਗ੍ਰਹਿਾਂ ਨਾਲ ਸੰਬੰਧਿਤ ਹੈ। ਉਦੋਂ ਤੱਕ ਲਈ ਧੰਨਵਾਦ। ਥੈਂਕ ਯੂ ਜੀ।